स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਕੋਰੋਨਾ ਤੋਂ ਬਚਣ ਦੇ ਲਈ ਸਾਰੇ ਮੁਲਕ ਦੇ ਵਿੱਚ ਇਹ ਵਾਰ-ਵਾਰ ਪ੍ਰਚਾਰ ਕੀਤਾ ਜਾ ਰਿਹਾ ਕਿ ਵੈਕਸੀਨ ਲਗਵਾਈ ਜਾਵੇ। ਵੈਕਸੀਨ ਹੀ ਇੱਕ ਅਜਿਹਾ ਯੰਤਰ ਹੈ ਜਿਸ ਦੇ ਨਾਲ ਕੋਰੋਨਾ ਤੋਂ ਬਚਾਅ ਹੋ ਸਕਦਾ ਹੈ। ਇਸ ਦੇ ਲਈ ਵੱਖ-ਵੱਖ ਸੂਬਾ ਸਰਕਾਰਾਂ ਕੇਂਦਰ ਸਰਕਾਰ ਨੂੰ ਇਹ ਕਹਿ ਰਹੀਆਂ ਨੇ ਕਿ ਵੈਕਸੀਨ ਦਾ ਕੋਟਾ ਤਾਂ ਘੱਟੋ-ਘੱਟ ਪੂਰਾ ਕਰੋ। ਅੱਜ ਜਿਹੜੇ ਮਰਜ਼ੀ ਹਸਪਤਾਲ ਦੇ ਵਿੱਚ ਸੈਂਟਰ ਦੇ ਵਿੱਚ ਜਾਂਦੇ ਆ ਤਾਂ ਉੱਥੇ 1-2 ਘੰਟਿਆਂ ਦੇ ਜੀ ਵੈਕਸੀਨ ਦੀਆਂ ਜਿਹੜੀਆਂ ਡੋਜ਼ ਆਉਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਹਰ ਰੋਜ਼ ਕੁਛ ਨਾ ਕੁਛ ਨਵੀਆਂ ਹਦਾਇਤਾਂ ਆ ਜਾਂਦੀਆਂ ਨੇ। ਕਦੇ 18 ਤੋਂ 40 ਸਾਲ ਨੂੰ ਅੱਜ ਲਾਵਾਂਗੇ, ਹਫ਼ਤੇ ਬਾਅਦ ਲਾਵਾਂਗੇ, 10 ਦਿਨ ਬਾਅਦ ਲਾਵਾਂਗੇ, ਡੋਜ਼ ਮੁੱਕ ਗਈਆਂ। ਇਹ ਸਭ ਕੁਝ ਤਮਾਸ਼ੇ ਚੱਲ ਰਹੇ ਨੇ। ਅਜਿਹੇ ਦੇ ਵਿੱਚ ਜਦੋਂ ਇੱਕ ਖਬਰ ਅਜਿਹੀ ਆਉਂਦੀ ਹੈ ਕਿ ਇੱਕ ਸੂਬਾ ਸਰਕਾਰ ਖਰੀਦਦੀ ਹੈ ਵੈਕਸੀਨ ਖਰੀਦਦੀ ਹੈ 400 ਰੁਪਏ ਦੀ, ਔਰ ਉਹੀ ਵੈਕਸੀਨ ਜਿਹੜੀ ਆਮ ਲੋਕਾਂ ਨੂੰ ਲੱਗਣੀ ਹੈ ਉਹ ਚੁੱਕ ਕੇ ਪ੍ਰਾਈਵੇਟ ਹਸਪਤਾਲਾਂ ਨੂੰ 1000 ਰੁਪਏ ਦੇ ਵਿੱਚ ਵੇਚ ਦਿੰਦੀ ਹੈ। ਫਿਰ ਉਹ ਸੂਬਾ ਸਰਕਾਰ ਕਿਸ ਮੂੰਹ ਦੇ ਨਾਲ ਕੇਂਦਰ ਸਰਕਾਰ ਨੂੰ ਇਹ ਕਹੇਗੀ ਕਿ ਸਾਨੂੰ ਵੈਕਸੀਨ ਦਿੱਤੀ ਜਾਵੇ? ਦਰਅਸਲ ਪੰਜਾਬ ਸਰਕਾਰ ਦਾ ਇਹ ਨਵਾਂ ਕਾਰਨਾਮਾ ਸਾਹਮਣੇ ਆਇਆ। ਪੰਜਾਬ ਸਰਕਾਰ ਨੇ ਵੈਕਸੀਨ ਖਰੀਦੀ, ਉਹ ਵੈਕਸੀਨ 400 ਰੁਪਏ ਪ੍ਰਤੀ ਡੋਜ਼ ਖਰੀਦ ਕੇ ਪ੍ਰਾਈਵੇਟ ਹਸਪਤਾਲਾਂ ਨੂੰ 1000 ਰੁਪਏ ਦੇ ਵਿੱਚ ਵੇਚ ਦਿੱਤੀ ਗਈ। ਇੱਥੇ ਹੀ ਬਸ ਨਹੀਂ, ਚੀਫ ਸੈਕਟਰੀ ਸਾਹਿਬ ਇਹ ਇੱਕ ਟਵੀਟ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਹਸਪਤਾਲਾਂ ਦਾ ਨਾਮ ਵੀ ਲਿਆ ਜਾਂਦਾ ਹੈ ਕਿ ਫਲਾਣੇ ਹਸਪਤਾਲ ਦੇ ਵਿੱਚ ਵੈਕਸੀਨ ਪਈ ਹੈ, ਜੇ ਕਿਸੇ ਨੇ ਲਵਾਉਣੀ ਹੈ ਤਾਂ ਹੁਣੇ ਬੁੱਕ ਕਰਾਓ। ਬਕਾਇਦਾ ਰੇਟ ਵੀ ਦੱਸਿਆ ਜਾਂਦਾ ਕਿ ਇਸ ਰੇਟ ਦੇ ਵਿੱਚ ਪਈ ਹੈ। ਜਦੋਂ ਇਹ ਟਵੀਟ ਆਇਆ ਉਦੋਂ ਲੱਗਿਆ ਕਿ ਬੜੀ ਸੁਹਿਰਦਤਾ ਦੇ ਨਾਲ ਸਰਕਾਰ ਇਹ ਫੈਸਲਾ ਲੈ ਰਹੀ ਹੈ ਕਿ ਚਲੋ ਜਿन्हें सरकारी लवाना सरकारी लवा लो, जिन्हें प्राइवेट लवाना प्राइवेट लवा लो। पता है ये तो पता ही नहीं सीगा कि अंदर खाते इत्थों ही दवाइयां लैके वैक्सीन लैके वेचियां जा रही ने, यानी कि अपना ही वपार शुरू कर दिता। ये खबर असी पूरे जोरां शोरां दे नाल कल चलाई। सरकार की नीयत ते नीति ते सवाल चुक्या। चंगी गल है, पंजाब सरकार ने अपना फैसला वापस ले लिया। गलती मंदिया होया क्या कि ये गलती होगी साडे तो, असीं ये फैसला वापस लेने आ। और नाल ही प्राइवेट हस्पतालों नूं हदायतां भी दित्तियां कि जिन्नियां वैक्सीन ने तुसीं सानूं वापस दिओ। सब तो पहलां तुहानूं खबर दा असर दिखाने आ ग्राफिक्स दे राहीं, फिर तुहानूं पूरा मसला समझाऊंगे, फिर मेहमानां नाल जाण पछाण। पीटीसी न्यूज़ की खबर का एक वड्डा असर होया। एक खबर असीं नशर कीती सी, पंजाब सरकार ने अपना फैसला वापस ले लिया। हुणे ये ट्वीट करके जानकारी दित्ती गई है, निजी हस्पतालों नूं नहीं वंडी जाएगी वैक्सीन। जिहड़ी दित्ती गई सी वो वैक्सीन नहीं दित्ती जाएगी। असल दे विच पूरा मामला की है, इस फैसले तो पहलां की हो रहा सी वो भी तुहानूं समझा दिंदे आ कि सवाल जिहड़े चुके जा रहे ने वो की सीगे, पूरा मसला है की सीगा, प्राइवेट हस्पतालों नूं किवें वेची जा रही सी। ये भी ग्राफिक के जरिए तुहानूं पूरा मसला समझाने, फिर आपां चर्चा नूं अगे वधांगे। कोरोना वैक्सीन तो पंजाब सरकार वल्लों कमाई की जा रही सी, इसका वड्डा खुलासा होया। दरअसल 400 रुपए दे विच वैक्सीन खरीद के पंजाब सरकार निजी हस्पतालों नूं 1060 रुपए दे विच प्रति डोज ये वैक्सीन वेच रही सी। प्रति डोज सूबा सरकार 660 रुपए मुनाफा कमा रही सी। इस दे विचों निजी हस्पताल आम लोगों नूं 1560 रुपए दे विच ये वैक्सीन वेच रहे सी। प्रति व्यक्ति 500 रुपए का मुनाफा प्राइवेट हॉस्पिटल भी कमा रहे सी। 660 रुपए का मुनाफा सरकार ते 500 रुपए निजी हस्पताल। सरकार वालों वैक्सीन CSR फंड के नाते खाता खोल के कमाई के पैसे जमा कराए जा रहे थे सारे। और इस तो इलावा सूबा सरकार वालों 1 लाख खुराकां जिहड़ियां हासिल कीतियां गईयां सी, जिन्हां दे विचों 20,000 खुराकां निजी हस्पताल नूं वेच दित्तियां गईयां। हुण सवाल ये उठदा है कि 18 तो 45 साल के लोगों लई 1 लाख वैक्सीन दी खुराकां मंगाईयां गईयां कि 1 लाख खुराकां लगणीਆਂ ने, पर ਉਹਦੇ ਵਿੱਚੋਂ 20,000 ਵੈਕਸੀਨ ਵੇਚ ਕਿਉਂ ਦਿੱਤੀਆਂ ਗਈਆਂ? ਜਾਂ ਤਾਂ ਇਹ ਹੋਵੇ ਨਾ ਕਿ ਪੰਜਾਬ ਦੇ ਵਿੱਚ ਆਮ ਹੋ ਗਈ ਵੈਕਸੀਨ ਲਗਾਉਣ ਵਾਲਾ ਕੋਈ ਬੰਦਾ ਹੀ ਨਹੀਂ ਬਚਿਆ, ਇਸ ਲਈ ਵੈਕਸੀਨ ਬਹੁਤ ਜ਼ਿਆਦਾ ਸੀਗੀ, ਇਸ ਕਰਕੇ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਤੀ। ਹੁਣ ਜਦ ਵੈਕਸੀਨ ਲੱਗੀ ਹੀ ਨਹੀਂ, 18 ਤੋਂ 45 ਸਾਲ ਵਾਲਿਆਂ ਨੂੰ ਖਾਲੀ ਹੱਥ ਵਾਪਸ ਜਾਣਾ ਪੈ ਰਿਹਾ, ਫਿਰ ਤੁਸੀਂ ਉਹਨਾਂ ਦੇ ਹੱਕ ਦੀ ਵੈਕਸੀਨ ਜਿਹੜੀ ਹੈ ਉਹ ਨਿੱਜੀ ਹਸਪਤਾਲਾਂ ਨੂੰ ਕਿਉਂ ਵੇਚ ਰਹੇ ਹੋ? ਇਹ ਖਬਰ ਅਸੀਂ ਜ਼ੋਰਾਂ ਸ਼ੋਰਾਂ ਨਾਲ ਚਲਾਈ। ਵਿਰੋਧੀ ਧਿਰਾਂ ਨੇ ਵੀ ਸਵਾਲ ਚੁੱਕੇ ਤੇ ਅੱਜ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ। ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। NK ਸ਼ਰਮਾ ਸਾਹਿਬ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ, ਪ੍ਰਿੰਸ ਖੁੱਲਰ ਸਾਹਿਬ ਵਾਈਸ ਚੇਅਰਮੈਨ ਨੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ, ਰਜਿੰਦਰ ਭੰਡਾਰੀ ਸਾਹਿਬ ਬੁਲਾਰੇ ਨੇ ਪੰਜਾਬ BJP ਦੇ, ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਤੇ ਡਾਕਟਰ ਪੈਰਲਲ ਗਰਗ ਸਾਹਿਬ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ। ਗੱਲ ਇੱਥੇ ਨਹੀਂ ਮੁੱਕ ਜਾਂਦੀ, ਇੱਕ ਹੋਰ ਵੀ ਮੁੱਦਾ, ਉਹ ਮੁੱਦਾ ਥੋੜੀ ਦੇਰ ਬਾਅਦ ਅਸੀਂ ਖੁਲਾਸਾ ਕਰਾਂਗੇ। ਉਹ ਖਬਰ ਸਿਰਫ ਤੇ ਸਿਰਫ ਸਾਡੇ ਕੋਲ ਹੈ, ਉਸ ਬਾਰੇ ਵੀ ਤੁਹਾਨੂੰ ਖੁਲਾਸਾ ਕਰਾਂਗੇ। ਸਭ ਤੋਂ ਪਹਿਲਾਂ ਖੁੱਲਰ ਸਾਹਿਬ, ਹੁਣ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਐਸੀ ਕੀ ਨੌਬਤ ਆ ਗਈ, ਐਸੀ ਕੀ ਗਰੀਬੀ ਆ ਗਈ ਸਰਕਾਰ ਨੂੰ ਕਿ ਇਸ ਮਹਾਮਾਰੀ ਦੇ ਵਿੱਚ ਵੀ ਕਮਾਈ ਦਾ ਸਾਧਨ ਬਣਾ ਲਿਆ ਵੈਕਸੀਨ। ਸਾਡੇ ਕੋਲ ਵੈਕਸੀਨ ਪੂਰੀ ਨਹੀਂ ਪੈ ਰਹੀ, ਤੁਸੀਂ ਵੈਕਸੀਨ ਖਰੀਦ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾਂਦੇ ਸੀ। ਗੱਲ ਹੈ ਹਰਪ੍ਰੀਤ ਜੀ, ਕੋਈ ਸਰਕਾਰ ਨੂੰ ਇਹੋ ਜਿਹਾ ਕੋਈ ਲਾਲਚ ਨਹੀਂ, ਨਾ ਕੋਈ ਆਪਦਾ ਚਫਸਰ ਵਾਲੀ ਗੱਲ ਹੈ। ਦੇਖੋ ਅਸੀਂ ਪੂਰੀ ਡਰਾਈਵ ਜਿਹੜੀ ਪੰਜਾਬ 'ਚ ਫ੍ਰੀ ਵੈਕਸੀਨ ਦੀ ਚੱਲ ਰਹੀ ਹੈ, ਜਿਸ ਤਰ੍ਹਾਂ ਸੈਂਟਰ ਸਰਕਾਰ ਵੱਲੋਂ ਜੇ ਅਸੀਂ ज़्यादा डोज मंग करते हैं घट आउंदी है, उहदे मुताबिक सानू कई सेंटर भी बंद करने पे तो डोज फ्री लग रही है वैक्सीन। जिहड़ी ये प्राइवेट हॉस्पिटल्स वाली गल है जी, जिहड़े पेशेंट कई प्राइवेट हॉस्पिटल च एडमिट ने, कोविड वाले ने या उन्होंने नज़दीकी ने, या कई लोगों की ये डिमांड सी कि जी सानू
ਪ੍ਰਾਈਵੇਟ ਦੇ ਵਿੱਚ ਕਈ ਲੋਕ ਹੁੰਦੇ ਜੀ ਜਿਹੜੇ ਕਹਿੰਦੇ ਜੀ ਅਸੀਂ ਪ੍ਰਾਈਵੇਟ 'ਚ ਕਰਦੇ ਹਾਂ ਜੀ। ਪ੍ਰਾਈਵੇਟ ਹਸਪੀਟਲ ਦੀ ਬੜੀ ਦੇਰ ਦੀ ਆ ਰਹੀ ਸੀ, ਔਰ ਸਾਡਾ ਮੁੱਖ ਜਿਹੜਾ ਹੈਗਾ ਉਹ ਟੀਚਾ ਸੀਗਾ ਵੈਕਸੀਨੇਟ ਕਰਨਾ ਸਾਰਿਆਂ ਨੂੰ, ਤਾਂ ਕਿ ਇਹਦਾ ਇੱਕੋ ਇੱਕ ਹੱਲ ਹੈਗਾ ਵੈਕਸੀਨੇਸ਼ਨ ਦਾ। ਪਹਿਲਾਂ ਜਦੋਂ ਆਈ ਵੈਕਸੀਨੇਸ਼ਨ ਉਦੋਂ ਡਰਾਈਵ ਨਹੀਂ ਚੱਲ ਪਾਈ, ਕਿਉਂਕਿ ਲੋਕਾਂ 'ਚ ਕਈ ਤਰ੍ਹਾਂ ਦੇ ਮਨਾਂ 'ਚ ਖਦਸ਼ੇ ਸੀਗੇ, ਤੁਸੀਂ ਆਪ ਵੀ ਚਲਾਇਆ। ਸੋ ਇਹਦੇ ਮੁਤਾਬਕ ਜਿਹੜਾ ਹੈਗਾ ਵਾ ਉਹਨਾਂ ਦੀ ਡਿਮਾਂਡ ਤੇ ਵਨ ਟਾਈਮ ਉਹਨਾਂ ਨੂੰ ਦਿੱਤੀ ਗਈ ਸੀ, ਔਰ ਜੋ ਸਰਕਾਰ ਦਾ ਰੇਟ ਖੁੱਲਰ ਸਾਹਿਬ ਗੱਲ ਤਾਂ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਸਾਰਿਆਂ ਨੂੰ ਵੈਕਸੀਨ ਲੱਗੇ, ਬੜੇ ਸਾਰੇ ਲੋਕ ਸਰਕਾਰੀ ਹਸਪਤਾਲਾਂ 'ਚ ਆਉਣਾ ਨਹੀਂ ਚਾਹੁੰਦੇ, ਇਸ ਕਰਕੇ ਤੁਸੀਂ ਪ੍ਰਾਈਵੇਟ ਨੂੰ ਦਿੱਤੀ। ਲੌਜਿਕ ਇਹੀ ਹੈ ਨਾ, ਫਿਰ ਇਹਦਾ ਲੌਜਿਕ ਕਮਾਈ ਦਾ ਕਿੱਥੋਂ ਆ ਗਿਆ? 400 ਦੀ ਡੋਜ਼ ਲੈ ਕੇ 1060 ਰੁਪਏ ਦੀ ਕਿਉਂ ਵੇਚੀ ਜਾ ਰਹੀ ਹੈ? 400 ਦੀ ਲੈ ਕੇ 400 ਦੀ ਵੇਚੋ। ਜੇ ਤੁਹਾਡੇ ਅੰਦਰ ਇੰਨੀ ਮਨੁੱਖਤਾ, ਸਮਾਜ ਭਲਾਈ ਦਾ ਤੁਹਾਡੇ ਅੰਦਰ ਜਜ਼ਬਾ ਹੈਗਾ, ਦਵਾਈ ਖਰੀਦ ਕੇ ਦਵਾਈ ਵੇਚੋ, ਤੁਸੀਂ ਉਹਦੇ ਵਿੱਚੋਂ ਵੀ ਕਮਾਈ ਕਰੀ ਜਾਂਦੇ ਹੋ। ਨਹੀਂ, ਕੋਈ ਕਮਾਈ ਨਹੀਂ ਹਰਪ੍ਰੀਤ ਜੀ। ਇਹਦੇ 'ਚ ਦੇਖੋ ਜਿਹੜੇ ਪ੍ਰਾਈਵੇਟ ਵਾਲੇ ਜਿਹੜੀਆਂ ਕੰਪਨੀਆਂ ਨੇ ਰੇਟ ਫਿਕਸ ਕੀਤੇ ਆ, ਉਹਦੇ ਮੁਤਾਬਕ ਉਹਨਾਂ ਨੇ ਜੇ ਪ੍ਰਾਈਵੇਟ ਵਾਲਾ ਵੀ ਉੱਥੋਂ ਲੈਂਦਾ 1060 ਰੁਪਏ ਦੀ ਉਹਨਾਂ ਨੂੰ ਡੋਜ਼ ਮਿਲਣੀ ਸੀ। ਦੂਜੀ ਗੱਲ ਹੈ ਕਿ ਹਸਪੀਟਲਸ ਦੀ ਇਹ ਡਿਮਾਂਡ ਸੀ ਕਿ ਸਾਡੇ ਕੋਲ ਲੋਕ ਬਹੁਤ ਸਾਰੇ ਵੈਕਸੀਨੇਸ਼ਨ ਵਾਸਤੇ ਆਉਂਦੇ ਨੇ, ਸਾਡੇ ਕੋਲ ਵੈਕਸੀਨੇਸ਼ਨ ਕੰਪਨੀਆਂ ਨੇ ਕਿਹਾ ਸੀ ਅਸੀਂ 6 ਮਹੀਨੇ ਤੱਕ ਤੁਹਾਨੂੰ ਨਹੀਂ ਦੇ ਸਕਦੇ ਵੈਕਸੀਨੇਸ਼ਨ। ਉਹਦੇ ਚੱਲਦਿਆਂ ਕਿ ਜਿਹੜੀ ਹੈਗੀ ਹੈ ਕਿ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਸਾਡਾ ਮੁੱਖ ਟੀਚਾ ਹੈਗਾ ਕਿ ਲੋਕਾਂ ਨੂੰ ਲੱਗੇ, ਔਰ ਵੈਕਸੀਨੇਸ਼ਨ ਸਾਰਿਆਂ ਨੂੰ ਲੱਗਣੀ ਹੈ। 400 ਰੁਪਏ ਦੀ ਲੈ ਕੇ 400 ਰੁਪਏ ਦੀ ਲੈ ਕੇ ਪ੍ਰਾਈਵੇਟ ਨੂੰ 400 ਦੇ ਦਿਓ, ਰੇਟ ਫਿਕਸ ਕਰ ਦਿਓ ਪ੍ਰਾਈਵੇਟ ਨੂੰ ਕਿ 400 ਰੁਪਏ ਤੋਂ ਵੱਧ ਨਹੀਂ ਵੇਚਣੀ, ਅਸੀਂ ਦੇਨੇ ਆ ਤੁਹਾਨੂੰ। ਮਤਲਬ ਤੁਸੀਂ ਲੁੱਟ ਲਈ ਪੂਰਾ, ਉਹਨਾਂ ਨੂੰ ਦੇਤਾ ਖੁੱਲ ਕਿ ਤੁਸੀਂ ਵੇਚੋ 1000 ਰੁਪਏ ਦੀ, 1100 ਦੀ, 15। ਪ੍ਰਾਈਵੇਟ ਹਸਪੀਟਲ ਮੈਂ ਤੁਹਾਨੂੰ ਦਾਵਾ ਕਰਦਾ 1560 ਰੁਪਏ ਦੀ ਲੱਗ ਰਹੀ ਜਨਾਬ, ਹੁਣੇ ਫੋਨ ਕਰਕੇ ਪੁੱਛ ਲਓ। ਉਹ ਹਸਪੀਟਲ ਜਿਹੜੇ ਤੁਸੀਂ ਰეკਮੈਂਡ ਕੀਤੇ ਸੀਗੇ ਦੋਵੇਂ ਹਸਪੀਟਲ, ਮੈਂ ਪੁੱਛ ਕੇ ਹੀ ਡਿਬੇਟ ਤੇ ਬੈਠਾ, 1560 ਰੁਪਏ ਦੀ ਡੋਜ਼ ਲੱਗ ਰਹੀ ਹੈ। ਇਹ ਫੈਸਲਾ ਆਉਣ ਤੋਂ ਬਾਅਦ ਉਹ ਡੋਜ਼ ਲੱਗੇਗੀ ਵੀ ਨਹੀਂ। ਪਰ ਸਵਾਲ ਇਹ ਉੱਠਦਾ ਨਾ ਕਿ 400 ਦੀ ਲੈ ਕੇ 1060 ਰੁਪਏ ਦੀ ਅਸੀਂ ਵੇਚ ਰਹੇ ਹਾਂ, 1560 ਦੀ ਉਹ ਵੇਚ ਰਹੇ ਨੇ, ਉਹ ਵੀ ਕਮਾ ਰਹੇ ਨੇ, ਤੁਸੀਂ ਵੀ ਕਮਾ ਰਹੇ ਹੋ, ਲੋਕ ਵੈਕਸੀਨ ਤੋਂ ਤਰਲੇ ਖਾ ਰਹੇ ਨੇ। ਹਰਪ੍ਰੀਤ ਜੀ ਗੱਲ ਇਹ ਆ, ਦੇਖੋ ਇੱਕ ਤੇ ਸਰਕਾਰ ਨੇ ਅਸੀਂ ਆਪਣੇ ਪੈਸਿਆਂ ਦੀ ਵੈਕਸੀਨ ਖਰੀਦੀ, ਜੇ ਆਪਾਂ ਆਪਣੇ 400 ਦੇ ਹਿਸਾਬ ਨਾਲ ਦਿੰਨੇ ਆ, ਫਿਰ ਉਹ ਕੰਪਨੀਆਂ ਨਾਲ ਕਲੈਸ਼ ਹੁੰਦਾ ਵਾ। ਜੇ ਉਹ ਪੈਸਾ ਜਿਹੜਾ ਆਇਆ ਵਾ ਉਹ ਬਾਅਦ ਚ ਉਹਦੀ ਵੈਕਸੀਨੇਸ਼ਨ ਹੀ ਖਰੀਦੀ ਜਾਣੀ ਆ, ਉਹ CSR ਫੰਡ ਦੇ ਵਿੱਚ ਗਿਆ ਵਾ, ਕੋਈ ਆਪਣੇ ਘਰ ਸਰਕਾਰ ਤੇ ਪੈਸਾ ਨਹੀਂ ਲੈ ਕੇ ਗਈ, ਕੁਛ ਨਹੀਂ ਗਿਆ। ਦੂਜੀ ਗੱਲ ਜਿਹੜਾ ਸਰਕਾਰ ਨੇ ਫਿਰ ਇਹ ਫੈਸਲਾ ਵੀ ਵਾਪਸ ਲੈ ਲਿਆ ਕਿ ਜੇ ਬਾਕੀਆਂ ਨੂੰ ਇਤਰਾਜ਼ ਹੈ, ਜੇ ਲੱਗਦਾ ਤੇ ਆਪਾਂ ਇਹਦਾ ਫੈਸਲਾ ਵਾਪਸ ਲੈ ਲਿਆ। ਤੁਸੀਂ ਆਪ ਹੀ ਹੁਣ ਗੱਲ ਕਰਕੇ ਹਟੇ, ਹੁਣ ਰੀਸੈਂਟ ਸਰਕਾਰ ਨੇ ਫੈਸਲਾ ਲਿਆ ਕਿ ਇਹਨੂੰ ਅਸੀਂ ਵਾਪਸ ਲੈ ਰਹੇ ਹਾਂ, ਸਿਰਫ ਉਹ ਤੋਂ 600 ਡੋਜ਼ ਲੱਗੀ ਹੈ, ਬਾਕੀ ਜਿਹੜੀ ਸਾਰੀ ਵਾਪਸ ਆ ਜਾਏਗੀ, ਕੋਈ ਲੱਗੇਗਾ ਨਹੀਂ। ਔਰ 1200 1250 ਜੋ ਤੈਅ ਰੇਟ ਹੈ ਉਹਦੇ ਮੁਤਾਬਿਕ ਹੀ ਪ੍ਰਾਈਵੇਟ ਲਾ ਰਹੇ। ਗੱਲ ਖੁੱਲਰ ਸਾਹਿਬ, ਚਲੋ ਮੈਂ ਬਾਕੀਆਂ ਤੋਂ ਵੀ ਰਿਐਕਸ਼ਨ ਲੈਣਾ। ਗੱਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀਗਾ, ਹੁਣ ਤੁਸੀਂ ਕਿਸ ਮੂੰਹ ਦੇ ਨਾਲ ਇਹ ਕਹੋਗੇ ਕੇਂਦਰ ਸਰਕਾਰ ਨੂੰ ਕਿ ਸਾਨੂੰ ਵੈਕਸੀਨ ਦਿਓ, ਸਾਡੇ ਕੋਲ ਵੈਕਸੀਨ ਦੀ ਤੋਟ ਹੈ? ਉਹ ਕਹਿਣਗੇ ਜਿਹੜੀ ਤੁਸੀਂ ਖਰੀਦਦੇ ਹੋ ਉਹ ਤਾਂ ਤੁਸੀਂ ਵੇਚੀ ਜਾਂਦੇ ਹੋ ਪ੍ਰਾਈਵੇਟ ਹਸਪਤਾਲਾਂ ਨੂੰ, ਤੇ ਸਾਡੇ ਕੋਲੋਂ ਮੰਗ ਰਹੇ ਹੋ ਕਿ ਸਾਨੂੰ ਵੈਕਸੀਨ ਦਿਓ। ਮੈਂ ਇੱਕ ਮਿੰਟ ਵਾਪਸ ਆ ਜਾਣਾ, ਆਪਾਂ BJP ਦਾ ਪਹਿਲਾ ਰਿਐਕਸ਼ਨ ਲੈ ਲਈਏ, ਫਿਰ ਆਪਾਂ ਅੱਗੇ ਵਧਦੇ ਹਾਂ। ਭੰਡਾਰੀ ਸਾਹਿਬ, ਤੁਸੀਂ ਇਹ ਕਹਿੰਦੇ ਨੇ ਕਿ ਸਾਡੀ ਨੀਅਤ ਤੇ ਨੀਤੀ ਤੇ ਸਵਾਲ ਨਾ ਚੁੱਕੋ, ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰੇ ਪੰਜਾਬ ਨੂੰ ਵੈਕਸੀਨੇਟ ਕੀਤਾ ਜਾਵੇ, ਇਸੇ ਕਰਕੇ ਬੜੇ ਸਾਰੇ ਲੋਕ ਨੇ ਜਿਹੜੇ ਉਹ ਸਰਕਾਰੀ ਹਸਪਤਾਲਾਂ 'ਚ ਨਹੀਂ ਆਉਣਾ ਚਾਹੁੰਦੇ, ਇਸ ਕਰਕੇ ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਵੇਚਦੀ। ਇਹਦੇ ਵਿੱਚ ਗਲਤ ਕੀ ਹੈ? ਵੀ ਨਾਲੇ ਚੋਰ ਤੇ ਨਾਲੇ ਚਤੁਰ। ਵੀ ਪਹਿਲਾਂ ਇਹ ਗੱਲ ਦੱਸੋ ਵੀ 400 ਵਾਲੀ ਤੁਸੀਂ 1060 ਤੇ ਕਿਉਂ ਵੇਚੀ ਹੈ? ਫਿਰ ਤੁਸੀਂ ਪ੍ਰਾਈਵੇਟ ਹਸਪੀਟਲਾਂ ਨਾਲ ਮਿਲ ਕੇ ਪਤਾ ਨਹੀਂ ਕਿੰਨਾ ਅੰਡਰਹੈਂਡ ਪੈਸਾ ਲਿੱਤਾ ਹੋਣਾ। ਫਿਰ ਦੂਜਾ, ਜੇ ਇਹੋ ਜਿਹੀ ਇਹਨਾਂ ਦਾ ਮਨਸ਼ਾ ਸੀ ਤੇ ਵਾਪਸ ਕਿਉਂ ਲਿੱਤਾ? ਅਰੇ ਯਾਰ, ਚਾਰੋਂ ਤਰਫੋਂ ਆਪਣੇ ਆਪ ਨੂੰ ਵਿਨਰ ਸਮਝਦੇ ਪਏ ਨੇ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਇਹ ਕਹਿੰਦੇ ਲੋਕ ਕਹਿੰਦੇ ਪ੍ਰਾਈਵੇਟ ਹਸਪਤਾਲ ਜਾਣਾ, ਜਿਹੜੇ ਇਹਨਾਂ ਨੇ ਮੁਫਤ ਲਾਣੀ ਸੀ ਉਹ ਗਰੀਬਾਂ ਨੂੰ ਲਾਣੀ ਸੀ, ਜਾਂ ਗਰੀਬ ਨਾ ਕਹੋ, ਜਿਹੜੇ ਆਮ ਕੋਈ ਵੀ ਲਵਾ ਸਕਦਾ ਸੀ, ਪਰ ਮੈਜੋਰਟੀ ਤਾਂ ਗਰੀਬਾਂ ਨੂੰ ਲੱਗਣਾ ਸੀ ਕਿ ਜਿਹੜੇ ਅਫੋਰਡ ਨਹੀਂ ਕਰ ਸਕਦੇ। ਇਸ ਕਾਰਨ ਇਹਨਾਂ ਨੇ ਜਿਹੜੇ ਪ੍ਰਾਈਵੇਟ ਹਸਪੀਟਲਾਂ ਨੂੰ ਦਿੱਤਾ, ਕਿਹਨਾਂ ਦੀ ਕਾਸਟ ਤੇ ਦਿੱਤਾ? ਆਮ ਬੰਦੇ, ਗਰੀਬਾਂ ਦੇ। ਇੱਕ ਪਾਸੇ ਤਾਂ ਸੈਂਟਰ ਗਵਰਨਮੈਂਟ ਇਹਨਾਂ ਨੂੰ 45 ਤੋਂ ਉੱਤੇ ਵਾਲਿਆਂ ਦੀ ਫ੍ਰੀ ਡੋਜ਼ ਦੇ ਰਹੀ ਹੈ। ਹੁਣ ਇਹ ਕਿੱਥੇ ਗਾਰੰਟੀ ਹੈ ਕਿ ਇਹ ਫ੍ਰੀ ਡੋਜ਼ ਵੀ ਉੱਥੋਂ ਕੱਢ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੇ ਹੋਣ, ਉੱਤੋਂ ਥੱਲੇ ਅੰਡਰ ਹੈਂਡ, ਉੱਤੋਂ ਹੈਂਡ ਪੈਸੇ ਕਮਾ ਰਹੇ ਹੋਣ? ਅਰੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਦੇ ਉੱਤੇ। ਇਹ ਲੋਕਾਂ ਦੀ ਜ਼ਿੰਦਗੀਆਂ ਨਾਲ ਵਪਾਰ ਕਰ ਰਹੇ ਨੇ, ਇਹ ਗਰੀਬਾਂ ਦੀ ਜ਼ਿੰਦਗੀ ਨਾਲ ਵਪਾਰ ਕਰ ਰਹੇ ਨੇ, ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ। ਇੱਕ ਮਿੰਟ ਆਇਆ, ਇੱਕ ਮਿੰਟ ਇਕੱਠੇ ਜਵਾਬ ਲੈਣੇ। ਹਾਂਜੀ ਸ਼ਰਮਾ ਸਾਹਿਬ ਦੱਸੋ। ਸ਼ਰਮਾ ਸਾਹਿਬ, ਇੱਕ ਗੱਲ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ, ਤੁਸੀਂ ਵੀ ਆਪਣਾ ਸੈਂਟਰ ਇੱਥੇ ਖੋਲਿਆ ਹੋਇਆ ਹੈ, ਤੁਹਾਡਾ ਵੀ ਕੋਵਿਡ ਸੈਂਟਰ ਚੱਲ ਰਿਹਾ, ਕਿ ਤੁਹਾਨੂੰ ਵੀ ਇਦਾਂ ਦੀ ਕੋਈ ਆਫਰ ਆਈ ਸੀ ਜਾਂ ਤੁਹਾਨੂੰ ਵੀ ਕਿਹਾ ਗਿਆ ਕਿ ਤੁਸੀਂ ਵੈਕਸੀਨ ਲੈ ਕੇ ਇੱਥੇ ਆਪਣਾ ਕੈਂਪ ਲਗਾ ਸਕਦੇ ਹੋ? ਹਰਪ੍ਰੀਤ ਜੀ, ਮੈਂ ਪਹਿਲਾਂ ਤਾਂ ਡਿਟੇਲ ਦੱਸਾਂ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਕੰਪਲੀਟਲੀ ਮਰਨ ਤੇ ਹੀ ਛੱਡਿਆ ਹੈਗਾ। ਦੂਸਰੀ ਗੱਲ ਜਿਹੜੀ ਇਹ ਵੈਕਸੀਨ ਦੀ ਆ, ਪਹਿਲਾਂ ਪੰਜਾਬ ਦੇ ਅੰਦਰ
ਐਡਵਰਟਾਈਜ਼ਮੈਂਟ ਕਰਕੇ ਸ਼ਾਰਟੇਜ ਕ੍ਰੀਏਟ ਕਰੀ ਗਈ ਕਿ ਸਾਡੇ ਕੋਲ ਵੈਕਸੀਨ ਹੈ ਨਹੀਂ। ਫਿਰ ਅਫਸਰ ਇੱਕ ਪੁਆਇੰਟ ਕਰਿਆ ਗਿਆ, ਅਕਾਊਂਟ ਖੋਲਿਆ ਗਿਆ, ਫਿਰ ਉਹਦੀ ਪਬਲਿਸਿਟੀ ਚੀਫ ਸੈਕਟਰੀ ਨੇ ਕੀਤੀ ਕਿ ਫਲਾਣੇ ਹਸਪੀਟਲ ਜਾਓ, ਉੱਥੇ 1250 ਨੂੰ ਵੈਕਸੀਨ ਲੱਗੇਗੀ। ਔਰ ਹਰਪ੍ਰੀਤ ਜੀ, ਮੇਰੀ ਇੱਕ ਕੰਪੀਟੈਂਟ ਅਫਸਰ ਨਾਲ ਜਿਨ੍ਹਾਂ ਨੂੰ ਇਹਨੇ ਅਪਾਇੰਟ ਕਰਿਆ, ਇੱਕ ਦਿਨ 'ਚ 35,000 ਡੋਜ਼ਸ ਵੇਚੀ ਗਈਆਂ। ਅੱਜ HT ਦੀ ਤੁਸੀਂ ਖਬਰ ਪੜ੍ਹ ਲਿਓ, 80,000 ਡੋਜ਼ਸ 1060 ਰੁਪਏ ਨੂੰ ਸੇਲ ਕਰੀ ਗਈਆਂ। ਅਸਲੀ ਗੱਲ ਕਿੱਥੋਂ ਚੱਲੀ? ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰੀ ਕਿ ਸਾਡਾ ਜਿਹੜਾ ਕੋਵਿਡ ਸੈਂਟਰ ਆ, ਉੱਥੇ ਤੁਸੀਂ SGPC ਤੋਂ ਕੈਂਪ ਲਵਾ ਕੇ ਉੱਥੇ ਵੈਕਸੀਨੇਸ਼ਨ ਕਰਵਾ ਦਿਓ। ਪ੍ਰਧਾਨ ਜੀ ਨੇ ਫੋਨ ਕੀਤਾ ਸੈਕਟਰੀ ਸਾਹਿਬ ਨੂੰ, ਉਹ ਕਹਿਣ ਲੱਗੇ ਜੀ ਅਸੀਂ ਤਾਂ 1060 ਰੁਪਏ ਨੂੰ ਦਵਾਂਗੇ, ਚਾਹੇ SGPC ਵੀ ਲਏ। ਉਹ ਕਹਿਣ ਲੱਗੇ ਵੀ SGPC ਨੇ ਤਾਂ ਫ੍ਰੀ ਚ ਲਾਣੀ ਆ। ਕਹਿੰਦੇ ਵੀ ਲਾਏ ਫ੍ਰੀ ਚ, ਪਰ ਅਸੀਂ 1060 ਤੋਂ ਘੱਟ ਡੋਜ਼ ਜਿਹੜੀ ਵੇਚਣੀ ਨਹੀਂ ਹੈ। ਮਤਲਬ ਕਰੋਨਾ ਦੇ ਦਿਨਾਂ 'ਚ ਵੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੇ ਲੋਕਾਂ ਦੀ ਛਿੱਲ ਤਾਰਨੀ ਆ, ਕਮਾਈ ਕਰਨੀ ਆ, ਔਰ 1060 ਨੂੰ ਵੇਚ ਕੇ ਅੱਗੇ ਜਿਹੜੇ ਪ੍ਰਾਈਵੇਟ ਹਸਪੀਟਲਾਂ ਕੋਈ 1500 ਨੂੰ ਵੇਚ ਰਿਹਾ, ਕੋਈ 1600 ਨੂੰ, ਆਪਰ ਕੈਬ ਕੋਈ ਨਹੀਂ, ਚਾਹੇ 5000 ਰੁਪਏ ਦਾ ਇੰਜੈਕਸ਼ਨ ਵੇਚ ਦੇਣੋ। ਮਤਲਬ ਰਲ ਮਿਲ ਕੇ ਫੇਰ ਕਮਾਈ। ਔਰ ਇੰਨਾ ਇਨਕੰਪੀਟੈਂਟ ਹੋਮ ਹੈਲਥ ਮਿਨਿਸਟਰ, ਜਦੋਂ ਪ੍ਰੈਸ ਨੇ ਉਹਨਾਂ ਤੋਂ ਜਵਾਬ ਮੰਗਿਆ, ਆਨਸਰ ਪਤਾ ਕਿਆ ਸੀਗਾ? ਕਹਿੰਦੇ ਮੈਨੂੰ ਨਹੀਂ ਪਤਾ ਜੀ, ਚੀਫ ਸੈਕਟਰੀ ਜਵਾਬ ਦੇਗੀ। ਯਾਨੀ ਉਹਨਾਂ ਦੇ ਮਹਿਕਮੇ 'ਚ ਖਾਤੇ ਖੁੱਲ ਰਹੇ, ਅਪਾਇੰਟ ਆਫੀਸਰ ਹੋ ਰਹੇ, ਪੈਸੇ। ਔਰ ਮੈਂ ਤੁਹਾਨੂੰ ਹੋਰ ਹਰਪ੍ਰੀਤ ਜੀ ਦੱਸਾਂ, ਜੀ ਪ੍ਰਾਈਵੇਟ ਹਸਪੀਟਲ ਵਾਲਾ ਪਹਿਲਾਂ RTGS ਕਰਦਾ ਹੈਗਾ 1060 ਦੇ ਹਿਸਾਬ ਨਾਲ, ਤਾਂ ਜਾਂਦੀ ਡੋਜ਼, ਫਿਰ ਸਰਕਾਰ ਉਹਨਾਂ ਨੂੰ ਡੋਜ਼ਸ ਸਪਲਾਈ ਕਰਦੀ ਆ, ਤੇ ਫਿਰ ਸਰਕਾਰ ਜਿਹੜੀ ਉਹਨਾਂ ਨੂੰ ਬਕਾਇਦਾ ਪਬਲਿਸਿਟੀ ਕਰਦੀ ਆ ਵੀ ਉੱਥੇ ਜਾ ਕੇ ਇੰਜੈਕਸ਼ਨ ਲਵਾਓ। ਔਰ ਪਿੰਡਾਂ 'ਚ ਸ਼ਰਮਾ ਸਾਹਿਬ ਇੱਕ ਗੱਲ ਦੱਸੋ ਨਾ, ਸ਼ਰਮਾ ਸਾਹਿਬ ਜਿਹੜਾ ਇਹ ਲੌਜੀਕ ਦੱਸ ਰਹੇ ਨੇ ਖੁੱਲਰ ਸਾਹਿਬ, ਬੜੇ ਸਾਰੇ ਲੋਕ ਸਰਕਾਰੀ ਹਸਪਤਾਲਾਂ ਦੇ ਵਿੱਚ ਆਣਾ ਨਹੀਂ ਚਾਹੁੰਦੇ, ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ, ਉਹ ਪ੍ਰਾਈਵੇਟ ਜਾਣਾ ਚਾਹੁੰਦੇ ਨੇ, ਪ੍ਰਾਈਵੇਟ ਹਸਪਤਾਲਸ ਨੂੰ ਵੈਕਸੀਨ ਮਿਲ ਨਹੀਂ ਰਹੀਆਂ। ਇਹ ਕਹਿੰਦੇ ਇਸ ਕਰਕੇ ਅਸੀਂ ਦਿੱਤੀਆਂ ਉਹਨਾਂ ਨੂੰ। ਹਰਪ੍ਰੀਤ ਜੀ, ਮੈਂ ਬੇਨਤੀ ਕਰਾਂ ਕਿ ਸਰਕਾਰੀ ਹਸਪਤਾਲਾਂ 'ਚ ਕਿਉਂ ਨਹੀਂ ਲੋਕ ਜਾਣਾ ਚਾਹੁੰਦੇ? ਇਹਨਾਂ ਦੀ ਜਿਹੜੀ ਮਾੜੀ ਭਾਵਨਾ, ਇਹਨਾਂ ਨੇ ਬੇੜਾ ਗਰਕ ਕਰਦੇ ਹਸਪਤਾਲਾਂ ਦਾ। ਮੋਹਾਲੀ ਜ਼ਿਲ੍ਹੇ 'ਚ ਇੱਕ ਵੀ ਬੈੱਡ ਕੋਵਿਡ ਵੈਂਟੀਲੇਟਰ ਨਹੀਂ। ਇਹਨਾਂ ਨੇ ਪ੍ਰਾਈਵੇਟ ਹਸਪੀਟਲਾਂ ਦੇ ਨਾਲ ਸੌਦੇਬਾਜ਼ੀ ਕਰਕੇ ਅੰਡਰਹੈਂਡ ਪੈਸੇ ਲਾ ਕੇ ਸਰਕਾਰੀ ਹਸਪਤਾਲਾਂ ਨੂੰ ਡਿਫੰਕਟ ਕਰ ਦਿਆ, ਤਾਂ ਕਿ ਲੋਕ ਪ੍ਰਾਈਵੇਟ ਹਸਪੀਟਲਾਂ 'ਚ ਜਾਣ ਵਾਸਤੇ ਮਜਬੂਰ ਹੋਣ। 50-50 ਹਜ਼ਾਰ ਰੁਪਏ ਇੱਕ ਰਾਤ ਦਾ, ਇੱਕ ਬੈੱਡ ਦਾ ਪ੍ਰਾਈਵੇਟ ਹਸਪੀਟਲ ਵਾਲਾ ਚਾਰਜ ਕਰ ਰਿਹਾ। ਖੁਦ ਤੁਸੀਂ ਦੇਖੋ, ਐਡਾ ਨਕੰਮਾ ਹੈਲਥ ਮਿਨਿਸਟਰ ਆ। 80 ਵੈਂਟੀਲੇਟਰ ਮੋਹਾਲੀ ਸਰਕਾਰੀ ਹਸਪਤਾਲ 'ਚ ਪਏ ਸੀਗੇ, 40 ਇਹਨਾਂ ਨੇ ਪ੍ਰਾਈਵੇਟ ਹਸਪੀਟਲਾਂ ਨੂੰ ਵੰਡਤੇ, ਤੇ 40 ਵੈਂਟੀਲੇਟਰ ਅੱਜ ਵੀ ਮੋਹਾਲੀ ਹਸਪੀਟਲ 'ਚ ਪਏ ਆ ਸਰਕਾਰੀ। ਮੇਰੇ ਉੱਥੇ ਪ੍ਰਿੰਸੀਪਲ ਨਾਲ ਗੱਲ ਹੋਈ ਆ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨਾਲ, ਉਹਨਾਂ ਨੂੰ ਐਕਟੀਵੇਟ ਨਹੀਂ ਕਰ ਸਕੇ ਕਿਉਂਕਿ ਪ੍ਰਾਈਵੇਟ ਹਸਪੀਟਲ। ਠੀਕ ਹੈ, ਫਿਰ ਖੁੱਲਰ ਸਾਹਿਬ ਤੋਂ ਇਕੱਠੇ ਜਵਾਬ ਲਾਂਗੇ, ਇੱਕ ਇੱਕ ਕਰਕੇ ਮੈਂ ਰਿਐਕਸ਼ਨ ਲੈ ਲਾ। ਮੈਂ ਸੰਘੇੜਾ ਸਾਹਿਬ, ਚਲੋ ਇਸ ਗੱਲ ਦੀ ਤਾਂ ਖੁਸ਼ੀ ਹੈਗੀ ਕਿ ਸਰਕਾਰ ਨੂੰ ਅਹਿਸਾਸ ਹੋਇਆ ਕਿ ਇਹ ਗਲਤ ਹੋ ਰਿਹਾ, ਇਸ ਕਰਕੇ ਉਹਨਾਂ ਨੇ ਇਹ ਚੀਜ਼ ਵਾਪਸ ਲੈ ਲਈ, ਔਰ ਇਹ ਵੀ ਕਹਿ ਦਿੱਤਾ ਹੈ ਜਿਹੜੀਆਂ ਵੈਕਸੀਨ ਪ੍ਰਾਈਵੇਟ ਨੂੰ ਦਿੱਤੀਆਂ ਗਈਆਂ ਨੇ ਉਹ ਵਾਪਸ ਲੈ ਲਈਆਂ ਜਾਣਗੀਆਂ, ਔਰ ਜਿਹੜੀ ਪੇਮੈਂਟ ਆਈ ਉਹ ਵਾਪਸ ਕਰ ਦਿੱਤੀ ਜਾਏਗੀ। ਇਸ ਗੱਲ ਦੀ ਤੁਹਾਨੂੰ ਸੰਤੁਸ਼ਟਤਾ ਹੈਗੀ ਹੈ ਕਿ ਘੱਟੋ ਘੱਟ ਸਰਕਾਰ ਨੇ ਸਹੀ ਫੈਸਲਾ ਤਾਂ ਲਿਆ? ਇਹ ਕੋਈ ਸਹੀ ਫੈਸਲਾ ਇਹਨਾਂ ਨੇ ਆਪਣੀ ਕੌਨਸ਼ੀਅਸ ਨਾਲ ਨਹੀਂ ਲਿਆ, ਜਾਂ ਆਪਣੀ ਮਰਜ਼ੀ ਨਾਲ ਨਹੀਂ ਲਿਆ। ਨਾ ਹੀ ਇਹ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਫੈਸਲਾ ਗਲਤ ਹੈ। ਫੈਸਲਾ ਗਲਤ ਇਹਨਾਂ ਨੇ ਸੋਚ ਸਮਝ ਕੇ ਲਿਆ। ਇਹ ਇੱਕ ਘੁਟਾਲਾ ਆ, ਇਹ ਅਜੇ ਇਹਦੀ ਸ਼ੁਰੂਆਤ ਸੀਗੀ, ਇਹ ਨਸ਼ਰ ਹੋ ਗਿਆ, ਮੀਡੀਆ ਨੇ ਨਸ਼ਰ ਕਰਤਾ ਹੈ ਜੀ। ਉਹ ਮਤਲਬ ਇਹਨਾਂ ਨੂੰ ਪਤਾ ਲੱਗ ਗਿਆ ਇਲੈਕਸ਼ਨ ਈਅਰ ਆ, ਰੌਲਾ ਪੈ ਜਾਣਾ ਹੁਣ। ਇਹ ਇੱਕ ਵੈਲ ਪਲਾਨਡ ਘੁਟਾਲਾ ਆ। ਜਦੋਂ ਸਿਹਤ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਇਹ ਮੇਰੇ ਲੈਵਲ ਤੇ ਨਹੀਂ ਹੈ। ਉਹਨਾਂ ਨੇ ਇਹ ਨਹੀਂ ਕਿਹਾ ਇਹ ਅਸੀਂ ਨਹੀਂ ਕਰ ਰਹੇ, ਇਹ ਘੁਟਾਲਾ ਨਹੀਂ ਹੈਗਾ। ਕਹਿੰਦੇ ਨਹੀਂ, ਇਹ ਉੱਪਰਲੇ ਲੈਵਲ ਦੀ ਗੱਲ ਹੈ। ਔਰ ਬਕਾਇਦਾ ਸ਼ਰਮਾ ਜੀ ਨੇ ਵੀ ਡਿਟੇਲ ਚ ਦੱਸਤਾ, ਮੈਂ ਹੁਣ ਉਹ ਚੀਜ਼ਾਂ ਰਿਪੀਟ ਨਹੀਂ ਕਰਨਾ ਚਾਹੁੰਦਾ। ਇਹ ਜਦੋਂ ਸੀਨੀਅਰ ਅਫੀਸ਼ੀਅਲ IAS ਆਫੀਸਰ, ਸਭ ਤੋਂ ਸੀਨੀਅਰ ਜਿਹੜੇ ਆ, ਉਹ ਇਹਦੀ ਐਡ ਕਰ ਰਹੇ ਆ, ਉਹਨਾਂ ਦਾ ਟਵੀਟ ਕਰਨਾ ਜਾਂ ਟੈਕਸਟ ਕਰਨਾ, ਜੋ ਵੀ ਉਹਨਾਂ ਨੇ ਕੀਤਾ ਆ, ਬਹੁਤ ਵੱਡੀ ਗੱਲ ਹੈ। ਤੇ ਇਹ ਆਰਟੀਫੀਸ਼ੀਅਲ ਸਕੇਰਸਿਟੀ ਪੈਦਾ ਕੀਤੀ ਗਈ ਹੈ ਇਹਦੀ। ਅੱਗੇ ਤੋਂ ਵੀ ਇਸ ਚੈਨਲ ਰਾਹੀਂ ਜਿਹੜੀ ਉਹ ਦੂਸਰੀ ਚੈਨਲ ਸੀ 20,000 ਵਾਲੀ, ਉਹ ਵੱਡੀ ਹੋਈ ਜਾਣੀ ਸੀ, ਦੂਸਰੀ ਲਾਈਨ ਛੋਟੀ ਹੋਈ ਜਾਣੀ ਸੀਗੀ। ਇਹ ਤਾਂ ਸ਼ੁਰੂ 'ਚ ਫੜੇ ਗਏ ਆ। ਇਹ ਵਪਾਰ ਕਰਨ ਲੱਗ ਗਿਆ। ਵਪਾਰ ਦੇ ਵਿੱਚ ਕਮਿਸ਼ਨ ਲੈਣ ਵਿੱਚ ਸਭ ਤੋਂ ਮਾਹਰ ਨੇ। ਕਾਂਗਰਸ ਪਾਰਟੀ ਦੇ ਵਿੱਚ ਇਹੀ ਚੱਲ ਰਿਹਾ ਆ। ਇਹਦੀ ਜਾਂਚ ਹੋਣੀ ਚਾਹੀਦੀ ਆ। ਹੋਰ ਕਈ ਗੱਲਾਂ ਖੁੱਲਣਗੀਆਂ। ਪਹਿਲਾਂ ਵੀ ਘੁਟਾਲੇ ਸਾਹਮਣੇ ਆਏ ਆ। ਜਿਹੜੀਆਂ ਦਵਾਈਆਂ ਦੀ ਸ਼ਾਰਟੇਜ ਆਈ ਆ, ਜਿਹੜੀਆਂ ਜ਼ਰੂਰੀ ਮੈਡੀਸਿਨਸ ਹੈਗੀਆਂ ਉਹਨਾਂ ਦੀ ਸ਼ਾਰਟੇਜ ਆ, ਜਾਂ ਕਈਆਂ ਥਾਵਾਂ ਤੇ ਫੜੀਆਂ ਗਈਆਂ, ਕੁਝ FIRs ਵੀ ਹੋਈਆਂ ਆ। ਇਹ ਕਈ ਕੁਝ ਹੋ ਰਿਹਾ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਕਲੀਅਰ ਕੱਟ ਘੁਟਾਲਾ ਆ। ਆਮ ਆਦਮੀ ਪਾਰਟੀ ਨੂੰ ਘੁਟਾਲਾ ਸਮਝਦੀ ਆ। ਇਹਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ। ਜੇ ਸ਼ੁਰੂ 'ਚ ਫੜੇ ਗਏ
ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਫੈਸਲਾ ਬਦਲਿਆ, ਇਹਦਾ ਸਾਬਤ ਹੋ ਗਿਆ ਫੈਸਲਾ ਗਲਤ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ, ਇਹਦੇ ਪਿੱਛੇ ਕਿਹੜੇ ਕਿਹੜੇ ਬੰਦੇ ਹੈਗੇ ਆ, ਕੀ ਇਹਨਾਂ ਦੀ ਸੌਦੇਬਾਜ਼ੀ ਹੋਈ। ਗਰਗ ਸਾਹਿਬ ਤੋਂ ਵੀ ਰਿਐਕਸ਼ਨ ਲੈ ਲਈਏ, ਫਿਰ ਆਪਾਂ ਖੁੱਲਰ ਸਾਹਿਬ ਕੋਲ ਆਉਣਾ ਹੈ। ਗਰਗ ਸਾਹਿਬ, ਤੁਸੀਂ ਤਾਂ ਰਜਿਸਟਰਾਰ ਰਹੇ ਹੋ ਬਾਬਾ ਫਰੀਦ ਯੂਨੀਵਰਸਿਟੀ ਦੇ, ਇੱਕ ਬਤੌਰ ਡਾਕਟਰ ਵੀ ਮੈਂ ਤੁਹਾਡੇ ਤੋਂ ਸਮਝਣਾ ਚਾਹਨਾ, ਅਜਿਹੀਆਂ ਡੀਲਸ ਹੁੰਦੀਆਂ ਰਹਿੰਦੀਆਂ ਨੇ ਲੋੜ ਪੈਣ ਤੇ ਕਿ ਸਰਕਾਰ ਪ੍ਰਾਈਵੇਟ ਵਾਲਿਆਂ ਦੀ ਮਦਦ ਕਰੇ, ਪ੍ਰਾਈਵੇਟ ਸਰਕਾਰ ਦੀ ਮਦਦ ਕਰਨ, ਇਹ ਇਦਾਂ ਦੀਆਂ ਡੀਲਸ ਹੈਲਪਿੰਗ ਹੈਂਡਸ ਦਾ ਇੱਕ ਹਿੱਸਾ ਮੰਨਿਆ ਜਾ ਸਕਦਾ? ਨਹੀਂ, ਕੋਈ ਹੈਲਪ ਨਹੀਂ ਹੈ, ਆਪਸ ਵਿੱਚ ਇੱਕ ਦੂਜੇ ਦੇ ਨਾਲ ਮਿਲੀ ਭੁਗਤ ਦਾ ਪਾਰਟ ਹੈ। ਇਹਦੇ ਵਿੱਚ ਜਿਹੜੇ ਐਡਵਾਈਜ਼ਰ ਨੇ ਉਹ ਪਹਿਲੀ ਸਰਕਾਰ 'ਚ ਹੁਣ ਵੀ ਸੀਗੇ, ਉਹ ਪ੍ਰਾਈਵੇਟ ਹਸਪਤਾਲ 'ਚ ਇੱਕ ਵੱਡੇ 'ਚ ਕੰਮ ਕਰਦੇ ਨੇ। ਕਲੈਸ਼ ਆਫ ਇੰਟਰਸਟ ਵੀ ਹੈਗਾ, ਕਨਫਲਿਕਟ ਆਫ ਇੰਟਰਸਟ ਵੀ ਹੈਗਾ। ਔਰ ਦੂਜੀ ਗੱਲ, ਪੰਜਾਬ ਸਰਕਾਰ ਨੇ ਇਹ ਗੱਲ ਸਾਬਤ ਕਰਤੀ ਹੈ ਕਿ ਸਰਕਾਰ ਵੀ ਵਪਾਰੀ ਹੈ। ਜਿੱਥੇ ਅਸੀਂ ਕੇਂਦਰ ਨੂੰ ਕਹਿੰਦੇ ਸੀ ਕਿ ਤੁਸੀਂ 2 ਰੇਟ ਕਿਉਂ ਕਰੇ ਨੇ, ਇੱਕ ਤੁਸੀਂ ਆਪਦੇ ਵਾਸਤੇ ਲੈ ਰਹੇ ਹੋ, ਇੱਕ ਤੁਸੀਂ ਸੂਬੇ ਵਾਸਤੇ ਦੁੱਗਣਾ ਰੇਟ ਕਹਿ ਰਹੇ ਹੋ ਕੰਪਨੀ ਨੂੰ, ਹੁਣ ਇਹ ਕਿਹੜੇ ਮੂੰਹ ਨਾਲ ਕਹਿਣਗੇ ਵੀ ਤੁਸੀਂ ਰੇਟ ਇੱਕ ਕਰੋ? ਇਹਨਾਂ ਨੇ ਗਾਹਾਂ ਵੇਚਣਾ ਸ਼ੁਰੂ ਕਰਤਾ। ਜੇ ਇਹਨਾਂ ਨੇ ਇਹ ਕਹਿਣਾ ਸੀ, ਇੱਕ ਮਿੰਟ ਜੀ ਕਿ ਅਸੀਂ ਜੀ ਉੱਥੇ ਠੀਕ ਹੈ ਵੀ ਇੱਕ ਅਮੀਰ ਆਦਮੀ ਹੈ, ਉਹ ਕਹਿੰਦਾ ਜੀ ਮੈਂ ਤੁਹਾਡੇ ਸਰਕਾਰ ਚ ਲਵਾ ਨਹੀਂ ਸਕਦਾ, ਤਾਂ ਉਹਨੂੰ ਅਸੀਂ ਇਹ ਨਹੀਂ ਕਰ ਸਕਦੇ ਤੂੰ ਮਰਨਾ ਹੈ। ਉਹਨੂੰ ਵੈਕਸੀਨ 400 ਰੁਪਏ 'ਚ ਹੀ ਦੇਣਾ ਚਾਹੀਦਾ ਸੀ, ਤੇ ਨਾਲ ਉਹ ਹਸਪਤਾਲ ਨੂੰ ਇਹ ਕੰਡੀਸ਼ਨ ਆਉਣੀ ਚਾਹੀਦੀ ਵੀ ਤੂੰ ਕੋਈ ਹੋਰ ਚਾਰਜਸ ਨਹੀਂ ਕਰੇਗਾ, ਸਰਵਿਸ ਚਾਰਜਸ। ਫੇਰ ਤਾਂ ਆਪਾਂ ਮੰਨ ਲੈਂਦੇ, ਕਿਉਂਕਿ ਇੱਕ ਅਮੀਰ ਆਦਮੀ ਨੂੰ ਰਾਈਟ ਤਾਂ ਹੈਗਾ ਹੀ ਆ ਨਾ ਉਹਨੂੰ ਵੈਕਸੀਨ ਮਿਲੇ, ਪਰ ਉਹਦੇ ਤੇ ਪੈਸੇ ਨਹੀਂ ਲੈਣੇ ਸੀ ਐਕਸਟਰਾ, ਪ੍ਰੈਫਰੇਬਲੀ ਤਾਂ ਮੁਫਤ ਦਿੰਦੇ। ਜੇ ਕਹਿੰਦੇ ਚਲੋ ਅਮੀਰ ਆਦਮੀ ਕਰ ਸਕਦਾ, ਇਹਦੇ 'ਚ ਇੱਕ ਹੋਰ ਘੁਟਾਲਾ ਹੈ ਜਿਹੜਾ ਤਿੰਨੇ ਪੋਲੀਟੀਸ਼ੀਅਨ ਨਹੀਂ ਦੇਖ ਰਹੇ। ਘੁਟਾਲਾ ਇਹ ਹੈ ਕਿ ਜਿਹੜੇ 660 ਰੁਪਏ ਵਾਧੂ ਲਏ ਨੇ ਉਹ CSR ਰਿਸਪੌਂਸਿਬਿਲਿਟੀ ਫੰਡ 'ਚ ਜਮ੍ਹਾਂ ਕਰਾਏ ਨੇ। ਇਹਦਾ ਮਤਲਬ ਉਹਨਾਂ ਨੂੰ ਟੈਕਸ ਰਿਬੇਟ ਮਿਲੂ ਤੇ ਜੇ ਉਹ ਉੱਥੋਂ ਖਰੀਦਦੇ ਤਾਂ ਪੂਰੇ ਪੈਸੇ ਦਿੰਦੇ ਨਾ। ਹਾਂ, ਇੱਥੇ ਹੁਣ ਉਹਨੂੰ ਟੈਕਸ ਤੋਂ ਛੋਟ ਮਿਲ ਗਈ, ਇੱਥੇ ਉਹ CSR 'ਚ ਚਲਾ ਗਿਆ। ਜਿਵੇਂ ਮੈਂ ਕਿਸੇ ਨੂੰ ਪੈਸੇ ਦੇਣ ਦੀ ਬਜਾਏ ਦਾਨ ਕਰਦਾ ਤਾਂ ਮੈਨੂੰ 30% ਟੈਕਸ ਰਿਬੇਟ ਮਿਲ ਜਾਣੀ ਹੈ। ਇਹ ਜਿਹੜਾ ਇਹ ਵੀ ਇੱਕ ਵੱਡੀ ਗੱਲ ਹੈ। ਇੱਕ ਮੈਂ ਹੋਰ ਤੀਜੀ ਗੱਲ ਕਹਾਂਗਾ ਜੀ, ਇਹ ਘੁਟਾਲਿਆਂ ਦੀ ਹੈਲਥ ਡਿਪਾਰਟਮੈਂਟ ਦੇ ਵਿੱਚ ਆਮ ਗੱਲ ਚੱਲ ਰਹੀ ਹੈ ਪਿੱਛੇ ਕੋਵਿਡ ਦੇ ਦੌਰਾਨ ਹੀ, ਮੈਂ ਬਾਕੀ ਨਹੀਂ ਲਵਾਂਗਾ ਗੱਲਾਂ ਅਜੇ, ਬਾਕੀ ਬਹੁਤ ਕੁਛ ਹੈ। ਜੀ ਕੋਵਿਡ ਦੇ ਦੌਰਾਨ ਇਹਨਾਂ ਨੇ ਜਿਹੜੀਆਂ ਆਹ ਫਤਿਹ ਕਿੱਟ ਜਿਹਦੇ ਤੇ ਕੈਪਟਨ ਸਾਹਿਬ ਦੀ ਫੋਟੋ ਲੱਗੀ ਹੋਈ ਹੈ, ਜਿਹੜੀ ਇਹ ਫਤਿਹ ਕਿੱਟ ਵੰਡ ਰਹੇ ਨੇ, ਇਹਦਾ 1200 ਰੁਪਏ 'ਚ ਟੈਂਡਰ ਹੋ ਗਿਆ ਸੀ। ਕੰਪਨੀ ਨੇ ਯਸ ਕਰਤੀ ਸੀ, ਸਭ ਕੁਝ ਹੋ ਚੁੱਕਿਆ ਸੀ, ਉਹ ਟੈਂਡਰ ਕੈਂਸਲ ਕਰਕੇ ਉਸੇ ਕੰਪਨੀ ਨੂੰ ਮੁੜ ਕੇ 1900 ਰੁਪਏ 'ਚ ਟੈਂਡਰ ਦਿੱਤਾ ਗਿਆ। ਇਹਨਾਂ ਨੂੰ ਪੁੱਛ ਲਓ ਵੀ ਉਹ 1900 ਦਾ ਟੈਂਡਰ ਦੇ ਕੇ ਤੁਸੀਂ ਜਿਹੜੀ 1 ਲੱਖ ਜਾਂ ਮੈਂ ਗਰਗ ਸਾਹਿਬ ਜਿਹੜੀ ਦੂਜੀ ਗੱਲ ਕਹਿ ਰਿਹਾ ਸੀ ਉਹ ਇਹੀ ਗੱਲ ਸੀ ਕਿ ਇੱਕ ਹੋਰ ਵੀ ਵੱਡਾ ਘੁਟਾਲਾ ਹੋਇਆ, ਉਹਦੀ ਵੀ ਮੇਰੇ ਕੋਲ ਡਿਟੇਲ ਹੈਗੀ ਹੈ, ਉਹ ਵੀ ਮੈਂ ਇਹਨਾਂ ਨੂੰ ਦੱਸਾਂਗਾ। ਮੈਨੂੰ 1 ਮਿੰਟ ਦੇ ਦਿਓ ਸਰ, ਮੈਂ ਖੁੱਲਰ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਾਂ। ਮੈਂ 1 ਮਿੰਟ ਆਇਆ ਸ਼ਰਮਾ ਸਾਹਿਬ ਤੁਹਾਡੇ ਕੋਲ ਵੀ। ਖੁੱਲਰ ਸਾਹਿਬ, ਹੁਣ ਸਵਾਲ ਇਹ ਖੜਾ ਹੁੰਦਾ ਨਾ ਕਿ ਤੁਸੀਂ ਕਹਿੰਦੇ ਹੋ ਕਿ ਸਾਡੀ ਨੀਅਤ ਬੜੀ ਸਾਫ਼ ਸੀ, ਅਸੀਂ ਸੁਹਿਰਦ ਸੀਗੇ, ਅਸੀਂ ਸਾਰੇ ਲੋਕਾਂ ਨੂੰ ਵੈਕਸੀਨ ਲਗਵਾਉਣਾ ਚਾਹੁੰਦੇ ਸੀਗੇ, ਪਰ ਤੁਸੀਂ ਇਹ ਤਾਂ ਸਮਝੋ ਨਾ, ਮੇਰਾ ਜਿਹੜਾ ਪਹਿਲਾ ਸਵਾਲ ਸੀਗਾ, ਜਾਂ ਤਾਂ ਹੁੰਦਾ ਨਾ ਕਿ ਪੂਰੇ ਪੰਜਾਬ ਦੇ ਵਿੱਚ ਲੱਗ ਚੁੱਕੀ ਹੈ ਵੈਕਸੀਨ, ਕੋਈ ਵੀ ਅਜਿਹਾ ਬੰਦਾ ਨਹੀਂ ਹੈ ਜਿਹਨੂੰ ਵੈਕਸੀਨ ਨਹੀਂ ਲੱਗਣੀ, ਤਾਂ ਤੁਸੀਂ ਕਹੋ ਕਿ ਸਾਡੇ ਕੋਲ ਬਲਕ ਦੇ ਵਿੱਚ ਐਕਸਟਰਾ ਅਸੀਂ ਦੇ ਰਹੇ ਹਾਂ। ਲੋਕ ਤਾਂ ਲਾਈਨਾਂ ਲਾ ਕੇ ਖੜੇ ਹੁੰਦੇ ਨੇ, ਜਿਨ੍ਹਾਂ ਨੂੰ ਮਿਲਦੀ ਨਹੀਂ ਉਹ ਘਰਾਂ 'ਚ ਵਾਪਸ ਚਲੇ ਜਾਂਦੇ ਨੇ, ਤੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੇ ਹੋ। ਇੱਥੇ ਸਵਾਲ ਨਹੀਂ ਖੜਾ ਹੁੰਦਾ ਫਿਰ? ਬਿਲਕੁਲ ਹਰਪ੍ਰੀਤ ਜੀ, ਗੱਲ ਆ ਤੁਸੀਂ ਗੱਲ ਨੂੰ ਸਮਝੋਗੇ, ਅਸੀਂ ਜਿਹੜਾ ਕੋਲਡ ਚੇਨ ਪ੍ਰੋਸੈਸ ਆ, ਜਿੰਨੀ ਕੁ ਵੈਕਸੀਨੇਸ਼ਨ ਜੀ ਅਸੀਂ ਸਾਡੀ ਸਮਰੱਥਾ 3 ਲੱਖ ਰੋਜ਼ ਦੀ ਹੈਗੀ ਲਾਉਣ ਦੀ, ਸਾਨੂੰ ਸੈਂਟਰ ਤੋਂ ਮਿਲਦੀ ਹੈ। ਕਦੀ ਲੱਖ ਡੋਜ਼ ਦੀ ਅਸੀਂ 5 ਲੱਖ ਦੀ ਡਿਮਾਂਡ ਕਰਦੇ ਹਾਂ, ਤੇ ਕਦੀ 50,000 ਡੋਜ਼ ਮਿਲਦੀ ਹੈ, ਕਦੀ ਲੱਖ ਡੋਜ਼ ਮਿਲਦੀ ਹੈ। ਉਹਦੇ ਨਾਲ ਸਾਨੂੰ ਕਈ ਜਿਹੜੇ ਹੈਗੇ ਆ ਕੋਵਿਡ ਜਿਹੜੇ ਵੈਕਸੀਨੇਸ਼ਨ ਸੈਂਟਰ ਬੰਦ ਵੀ ਕਰਨੇ ਪਏ। ਔਰ ਇਹਦਾ ਇੱਕ ਕੋਲਡ ਚੇਨ ਪ੍ਰੋਸੈਸ ਹੁੰਦਾ, ਇਹ ਨਹੀਂ ਹੈਗਾ ਹਰਪ੍ਰੀਤ ਜੀ ਕਿ ਇਹਨੂੰ ਕੋਈ ਆਪਾਂ ਆਮ ਦਵਾਈ ਆ ਕੇ ਲਾ ਕੇ ਰੱਖ ਦਈਏ। ਉਸ ਤੋਂ ਬਾਅਦ ਜਦੋਂ ਇਹ ਵੈਕਸੀਨੇਸ਼ਨ ਆਈ, ਬਹੁਤ ਸਾਰੇ ਹਸਪੀਟਲ ਦੀ ਡਿਮਾਂਡ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਜਿਹੜੀ ਫ੍ਰੀ ਵੈਕਸੀਨੇਸ਼ਨ ਦੀ 50 ਲੱਖ ਤੋਂ ਉੱਪਰ ਕੀਤੀ ਹੈ, ਉਹਦੇ 'ਚ ਗਰੀਬਾਂ ਨੇ ਵੀ ਲਵਾਈ, ਅਮੀਰਾਂ ਲਈ ਨਹੀਂ ਲਵਾਈ, ਸਾਡੇ ਕੋਲ ਫ੍ਰੀ ਚ ਲਵਾ ਲੈਣ ਆ ਗਏ। ਜਦੋਂ ਹਸਪੀਟਲ ਦੀ ਡਿਮਾਂਡ ਸੀ, ਲੋਕਾਂ ਦਾ ਸੀਗਾ ਕਿ ਜੀ ਅਸੀਂ ਉੱਥੇ, ਕਈ ਲੋਕ ਇਨਫੈਕਸ਼ਨ ਤੋਂ ਡਰਦੇ ਸੀ ਜਾਂ ਉਹਨਾਂ ਨੂੰ ਲੱਗਦਾ ਵਾ ਕਿ ਜੇ ਅਸੀਂ ਉੱਥੇ ਪ੍ਰਾਈਵੇਟ ਚੋਂ ਕਰਾ ਲਈਏ ਕਿ ਸਾਨੂੰ ਟਾਈਮ ਬਚੇਗਾ ਜਾਂ ਕਰਕੇ, ਉਹਨਾਂ ਦੇ ਕਰਕੇ 1 ਟਾਈਮ ਉਹਨਾਂ ਨੂੰ ਦਿੱਤੀ ਗਈ ਸੀ। ਜਿਹੜੀਆਂ ਵਿਰੋਧੀ ਪਾਰਟੀਆਂ ਰੌਲਾ ਪਾਉਂਦੀਆਂ, ਪਹਿਲਾਂ ਤਾਂ ਭੰਡਾਰੀ ਸਾਹਿਬ ਜਿਹੜੀ ਗੱਲ ਕਰਦੇ, ਸ਼ਰਮ ਆਉਣੀ ਚਾਹੀਦੀ। ਸ਼ਰਮ ਤੇ ਸੈਂਟਰ ਸਰਕਾਰ ਨੂੰ ਆਉਣੀ ਚਾਹੀਦੀ, ਆਪ ਦਾ ਅਫਸਰ ਦੀ ਸਰਕਾਰ ਤੇ ਇਹ ਨੇ ਕਿ ਜਿਹੜੇ ਹਰ ਇੱਕ ਜਿਹੜੀਆਂ ਕੋਵਿਡ ਦੀਆਂ ਜਿਹੜੀਆਂ ਚੀਜ਼ਾਂ ਤੇ ਇਹਨਾਂ ਨੂੰ ਕਰਨਾ ਚਾਹੀਦਾ ਸੀ, ਉਹਨਾਂ ਤੇ ਇਹਨਾਂ GST ਲਾਤੇ। ਦੂਜੀ ਇਹਨਾਂ 3 ਰੇਟ ਰੱਖੇ। ਫਿਰ ਭੰਡਾਰੀ ਸਾਹਿਬ ਕਹਿੰਦੇ 400 ਤੇ ਦੇਣੀ ਚਾਹੀਦੀ ਸੀ, ਫਿਰ ਸੈਂਟਰ ਕਿਉਂ ਨਹੀਂ 150 'ਚ ਦੇ ਰਿਹਾ? ਫਿਰ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਇਖਤਿਆਰ ਦਿੱਤੇ? ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਤੁਹਾਡੇ ਤੇ, 35,000 ਕਰੋੜ ਦਾ ਤੁਸੀਂ ਬਜਟ ਰੱਖਿਆ, ਅੱਜ ਤੁਸੀਂ ਇੱਥੇ TV ਤੇ ਬੈਠ ਕੇ ਗੱਲਾਂ ਮਾਰਦੇ ਹੋ, ਤੁਸੀਂ ਉਹਦਾ ਕਿੰਨੇ % ਖਰਚ ਕੀਤਾ? ਸ਼ਰਮ ਤੇ ਇਹਨਾਂ ਨੂੰ ਸੈਂਟਰ ਵਾਲਿਆਂ ਨੂੰ ਆਉਣੀ ਚਾਹੀਦੀ ਹੈ। ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ, ਸ਼ਰਮਾ ਸਾਹਿਬ ਬੜੇ
ਸਿਆਣੇ ਬੰਦੇ ਨੇ, ਇਹ ਬੜਾ ਚੰਗਾ ਕੰਮ ਕਰ ਰਹੇ ਨੇ। ਇਹਨਾਂ ਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਕਿ 10 ਸਾਲ ਇਹਨਾਂ ਕੀ ਕੀਤਾ। ਆਪਾਂ ਇਲਜ਼ਾਮ ਲਾਉਣ ਤੋਂ ਪਹਿਲਾਂ ਕਿ ਘਟਾਲਿਆਂ ਦੀ ਸਰਕਾਰ ਹੈ, ਇਹ ਫਲਾਣਾ ਵੇ, ਚੰਗੀਆਂ ਨਹੀਂ ਲੱਗਦੀਆਂ ਗੱਲਾਂ, ਪਹਿਲਾਂ ਉਹਦੇ ਪਿੱਛੇ ਲੌਜੀਕ ਸਮਝ ਮੁੱਦੇ ਲਈਦਾ। ਤੇ ਆ ਜੀ ਮੁੱਦਾ ਸਾਰੇ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦੇ ਸਾਰੇ ਬੁਲਾਰੇ, ਈਵਨ ਡਾਕਟਰ ਸਾਹਿਬ ਨੇ ਵੀ ਇਹ ਪੁੱਛਿਆ ਕਿ ਚਲੋ ਮੰਨ ਲੈਂਦੇ ਆ ਕਿ ਤੁਹਾਡੀ ਮਨਸ਼ਾ ਠੀਕ ਸੀ, ਕਲੀਅਰ ਸੀ, ਪਰ ਤੁਸੀਂ ਮਾਰਜਨ ਕਿਉਂ ਰੱਖਿਆ? ਤੁਸੀਂ ਕਮਾਈ ਦਾ ਸਾਧਨ ਕਿਉਂ ਬਣਾ ਲਿਆ ਇਹਨੂੰ? ਤੁਸੀਂ 400 ਦੀ ਲੈ ਕੇ 400 ਦੀ ਕਿਉਂ ਨਹੀਂ ਵੇਚੀ? ਇਹਦੇ ਪਿੱਛੇ ਲੌਜੀਕ ਦੱਸ ਦਿਓ ਕਿ ਤੁਹਾਡਾ ਲੌਜੀਕ ਕੀ ਸੀ 660 ਰੁਪਏ ਕਮਾਉਣ ਦਾ? ਸਾਡਾ ਕੋਈ ਹਰਪ੍ਰੀਤ ਜੀ ਉਹਦੇ ਚ ਕਮਾਉਣ ਦਾ ਲੌਜੀਕ ਨਹੀਂ ਸੀ। ਉਹਦੇ ਚ ਪ੍ਰੋਬਲਮ ਇਹ ਹੁੰਦੀ ਹੈ ਕਿ ਜੀ ਜਦੋਂ ਪ੍ਰਾਈਵੇਟ ਕੰਪਨੀਆਂ ਤੋਂ ਆਪਾਂ ਵੈਕਸੀਨੇਸ਼ਨ, ਉਹਨਾਂ ਨੇ ਇੱਕ ਫਿਕਸ ਕੀਤਾ ਰੇਟ ਕਿ ਪ੍ਰਾਈਵੇਟ ਨੂੰ ਅਸੀਂ ਇਸ ਰੇਟ ਨਾਲ ਦੇਵਾਂਗੇ। ਨਹੀਂ, ਪ੍ਰਾਈਵੇਟ ਨੂੰ ਤਾਂ ਦੇ ਹੀ ਨਹੀਂ ਰਹੇ। ਪ੍ਰਾਈਵੇਟ ਨੂੰ ਤਾਂ ਕੋਈ ਕੰਪਨੀ ਦੇ ਹੀ ਨਹੀਂ ਰਹੀ। ਜੇ ਪ੍ਰਾਈਵੇਟ ਨੂੰ ਦੇ ਰਹੀ ਹੋਵੇ ਤਾਂ ਹਸਪਤਾਲ ਖੁਦ ਨਾ ਲੈ ਲੈਣ ਉਹਨਾਂ ਤੋਂ। ਪ੍ਰਾਈਵੇਟ ਨੂੰ ਤਾਂ ਦੇ ਹੀ ਨਹੀਂ ਰਹੇ, ਉਹ ਤਾਂ ਸਰਕਾਰਾਂ ਨੂੰ ਦੇ ਰਹੇ। ਤੁਸੀਂ ਲੈ ਕੇ ਮਤਲਬ ਤੁਸੀਂ ਇੱਕ ਡੀਲਰ ਬਣ ਗਏ, ਤੁਸੀਂ ਪ੍ਰਾਈਵੇਟ ਹਸਪਤਾਲਾਂ ਦੇ ਇੱਕ ਡੀਲਰ ਬਣ ਗਏ ਕਿ ਕੰਪਨੀ ਤੁਹਾਨੂੰ ਦੇ ਨਹੀਂ ਰਹੀ, ਅਸੀਂ ਕੰਪਨੀ ਤੋਂ ਲੈ ਕੇ ਆਪਣਾ ਮਾਰਜਨ ਵਿੱਚ ਰੱਖ ਕੇ ਤੁਹਾਨੂੰ ਦੇ ਰਹੇ। ਨਹੀਂ ਬਿਲਕੁਲ ਨਹੀਂ। ਵਨ ਟਾਈਮ ਮੈਂ ਜਿਵੇਂ ਤੁਹਾਨੂੰ ਦੱਸਿਆ ਹਰਪ੍ਰੀਤ ਜੀ, ਇੱਕੋ ਵਾਰੀ ਇਹਨਾਂ ਨੂੰ ਦੇਣ ਦੀ ਗੱਲ ਸੀ ਕਿ ਅਸੀਂ ਇਹ ਇੰਨੀ ਡੋਜ਼ ਜਿਹੜੀ ਦਿੱਤੀ ਆ, ਉਹ ਵੀ ਉਹਦੇ 'ਚ ਕੋਈ ਫੰਡ ਕਿਸੇ ਤੋਂ ਲੁਕੋਇਆ ਨਹੀਂ ਗਿਆ, ਬਕਾਇਦਾ ਪੈਸੇ ਜਮ੍ਹਾਂ ਹੋਏ ਨੇ ਔਰ ਪਬਲਿਕ ਡੋਮੇਨ 'ਚ ਆ ਸਾਰਾ ਕੁਝ। ਜਾਂ ਤੇ ਹੋਵੇ ਨਾ ਜੀ ਸਰਕਾਰ ਨੇ ਪੈਸੇ ਘਰ ਲੈ ਗਿਆ। ਚਲੋ ਠੀਕ ਹੈ, ਤੁਹਾਡਾ ਫੈਸਲਾ ਠੀਕ ਸੀਗਾ, ਤੁਸੀਂ ਵਾਪਸ ਕਿਉਂ ਲਿਆ ਫੈਸਲਾ ਫਿਰ? ਵਿਰੋਧੀ ਧਿਰਾਂ ਤਾਂ ਬੜਾ ਕੁਝ ਕਹਿ ਰਹੀਆਂ, ਵਿਰੋਧੀ ਧਿਰਾਂ ਤਾਂ ਰਿਜ਼ਾਈਨ ਤੱਕ ਕਹਿ ਰਹੀਆਂ ਕਿ ਰਿਜ਼ਾਈਨ ਕਰੋ। ਜੇ ਤੁਸੀਂ ਵਿਰੋਧੀ ਧਿਰਾਂ ਦੀ ਹੀ ਮੰਨਣੀ ਹੁੰਦੀ ਤਾਂ ਫਿਰ ਤਾਂ ਹੁਣ ਤੱਕ ਬੜਾ ਕੁਝ ਮੰਨ ਲਿਆ ਹੁੰਦਾ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਫੈਸਲਾ ਠੀਕ ਸੀ, ਤੁਸੀਂ ਅੱਜ ਇਹ ਫੈਸਲਾ ਵਾਪਸ ਕਿਉਂ ਲਿਆ? ਗੱਲ ਇਹ ਆ ਹਰਪ੍ਰੀਤ ਜੀ ਕਿ ਜਿਹੜੇ ਸਰਕਾਰ ਦੇ ਲੈਵਲ ਤੇ ਫੈਸਲੇ ਹੁੰਦੇ ਆ, ਉਹਦੇ 'ਚ ਕਿਸੇ ਵੇਲੇ ਕੋਈ ਜਿਹੜਾ ਉਹਨਾਂ ਨੇ ਦੁਬਾਰਾ ਇਸ ਗੱਲ ਤੇ ਵਿਚਾਰ ਕੀਤਾ ਜਾਂ ਕੋਈ ਗੱਲ ਹੋਈ, ਉਹਦੇ 'ਚ ਜੋ ਹਾਇਰ ਅਥਾਰਟੀਜ਼ ਨੇ ਫੈਸਲਾ ਕੀਤਾ ਵਾ, ਉਹ ਤੇ ਸਾਰਿਆਂ ਦੇ ਸਾਹਮਣੇ ਦੀ ਉਹਦੇ 'ਚ ਮੈਂ ਟਿੱਪਣੀ ਕਰ ਸਕਦਾ। ਪਰ ਨਮੋਸ਼ੀ ਨਹੀਂ ਚੱਲਣੀ ਪੈਂਦੀ ਇਹਨਾਂ ਚੀਜ਼ਾਂ ਦੇ ਨਾਲ। ਤੁਸੀਂ ਕੋਈ ਫੈਸਲਾ ਲਓ, ਫੈਸਲੇ ਤੇ ਕਿੰਤੂ ਪਰੰਤੂ ਹੋਵੇ, ਫੈਸਲਾ ਵਾਪਸ ਲਿਆ ਜਾਵੇ। ਭੰਡਾਰੀ ਸਾਹਿਬ ਤੋਂ ਇੱਕ ਰਿਪਲਾਈ ਲੈ ਲੈਣਾ। ਹਾਂਜੀ ਭੰਡਾਰੀ ਸਾਹਿਬ ਬੋਲੋ ਜੀ ਜਲਦੀ। ਦੇਖੋ ਏਦਾਂ ਹੈ, ਡੀਐਮਸੀ ਲੁਧਿਆਣਾ 'ਚ ਪ੍ਰਾਈਵੇਟ ਹਸਪੀਟਲ ਉਹ 'ਚ 900 ਰੁਪਏ ਦੀ ਵੈਕਸੀਨ ਲਗਾ ਰਹੇ ਆ। ਇਹ ਕਹਿੰਦੇ ਆ ਇਹ ਵੇਚ ਰਹੇ ਨੇ 1040 ਦੀ। ਦੂਜੀ ਗੱਲ ਹੈ, ਜਿਹੜੇ ਪ੍ਰਾਈਵੇਟ ਹਸਪੀਟਲ ਨੂੰ ਇਹਨਾਂ ਨੇ ਦਿੱਤੀ ਹੈ, ਕਿਹਦੀ ਕਾਸਟ ਤੇ ਦਿੱਤੀ ਹੈ? ਗਰੀਬਾਂ ਦੀ, ਜਿਨ੍ਹਾਂ ਨੂੰ ਮੁਫਤ ਲੱਗਣੀਆਂ ਸੀ। ਇਹ ਕਹਿੰਦੇ ਆ ਜੀ ਅਸੀਂ ਅਮੀਰਾਂ ਦਾ ਫਾਇਦਾ ਕਰ ਰਹੇ ਹਾਂ। ਕਿਆ ਕਨਸਟੀਟਿਊਸ਼ਨ 'ਚ ਅਮੀਰ ਗਰੀਬ ਦਾ ਫਰਕ ਰੱਖਿਆ ਹੈ? ਕਿਆ ਜੀ ਅਮੀਰਾਂ ਨੂੰ? ਭੰਡਾਰੀ ਸਾਹਿਬ ਕਦੇ ਵੀ ਨਹੀਂ ਮੈਂ ਕਿਹਾ ਕਿ ਅਸੀਂ ਅਮੀਰਾਂ ਦਾ ਫਾਇਦਾ ਕਰ ਰਹੇ ਹਾਂ। ਗੱਲ ਨੂੰ ਸੁਣ ਲਿਆ ਕਰੋ, ਕਮਾਉਣ ਦੀ ਗੱਲ ਨਾ ਕਰਿਆ ਕਰੋ। ਔਰ ਨੰਬਰ 2, ਜੋ ਗੱਲਾਂ ਇਹ ਕਰ ਰਹੇ ਆ ਆਪਣੇ ਖੁੱਲਰ ਸਾਹਿਬ, ਇਹਨਾਂ ਦੇ ਹੈਲਥ ਮਿਨਿਸਟਰ ਨੇ ਤਾਂ ਕਿਹਾ ਨਹੀਂ ਕਿ ਉਹ ਪ੍ਰਾਈਵੇਟ ਲੋਕਾਂ ਨੇ ਜਾਂ ਕੁਝ ਲੋਕਾਂ ਨੇ ਸਾਡੇ ਕੋਲ ਡਿਮਾਂਡ ਕੀਤੀ ਸੀ, ਅਸੀਂ ਤਾਂ ਸ਼ਿਫਟ ਕੀਤੀਆਂ। ਉਹਨਾਂ ਨੇ ਤਾਂ ਕੀਤਾ ਨਹੀਂ। ਉਹ ਤਾਂ ਕਹਿੰਦੇ ਜਾਂਚ ਕਰਾਂਗੇ। ਕਿੱਥੋਂ ਖਬਰ ਆਈ ਹੈ? ਠੀਕ ਹੈ ਮੈਂ ਇੱਕ ਮਿੰਟ ਵਾਪਸ ਆਇਆ। ਇੱਕ ਮਿੰਟ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਛੋਟੀ ਜਿਹੀ ਚੀਜ਼ ਹੋਰ ਦਿਖਾਉਣਾ ਚਾਹੁੰਦਾ, ਆਪਣੇ ਸਾਰੇ ਮਹਿਮਾਨਾਂ ਨੂੰ ਵੀ, ਕਿ ਜਿਹੜੀ ਦੂਜੀ ਗੱਲ ਹੈਗੀ ਹੈ ਜਿਹੜੀ ਪੈਰਲਲ ਗਰਗ ਹੋਰਾਂ ਨੇ ਚੁੱਕੀ ਹੈ, ਉਹ ਵੀ ਇੱਕ ਘੁਟਾਲਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਜਾਗਰ ਹੋਏਗਾ। ਉਹ ਸਾਡੇ ਹੱਥ ਲੱਗੀ ਹੈ, ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਫਤਿਹ ਕਿੱਟਾਂ ਦੇ ਮਾਮਲੇ ਦੇ ਵਿੱਚ ਵੀ ਕੀ ਘੁਟਾਲਾ ਹੋਇਆ, ਤੁਹਾਨੂੰ ਡਿਟੇਲ ਦੇ ਵਿੱਚ ਗ੍ਰਾਫਿਕ ਦੇ ਜ਼ਰੀਏ ਦਿਖਾਉਂਦੇ ਹਾਂ, ਫਿਰ ਆਪਾਂ ਇਸ ਤੇ ਵੀ ਜਵਾਬ ਲਾਂਗੇ। ਦਰਅਸਲ ਫਤਿਹ ਕਿੱਟਾਂ ਦੇ ਲਈ ਇੱਕ ਟੈਂਡਰ ਕੱਢਿਆ ਜਾਂਦਾ ਹੈ ਤੇ ਪਟਿਆਲਾ ਦੀ ਸੰਗਮ ਮੈਡੀਕਲ ਸਟੋਰ ਨੂੰ ਇੱਕ ਫਤਿਹ ਕਿੱਟ ਦੇ ਲਈ 837 ਰੁਪਏ ਬਿਡ ਕਰਦੀ ਹੈ ਉਹ, ਤੇ ਉਹ ਬਿਡ ਸਵੀਕਾਰ ਹੋ ਜਾਂਦੀ ਹੈ। 3 ਅਪ੍ਰੈਲ ਨੂੰ ਸਰਕਾਰ ਟੈਂਡਰ ਸੰਗਮ ਮੈਡੀਕਲ ਸਟੋਰ ਨੂੰ ਦੇ ਦਿੰਦੀ ਹੈ, ਪਰ ਇਸ ਦੇ ਵਿੱਚ ਇੱਕ ਫਤਿਹ ਕਿੱਟ ਦੀ ਕੀਮਤ 940 ਰੁਪਏ ਹੋ ਜਾਂਦੀ ਹੈ। ਮਤਲਬ 840 ਰੁਪਏ ਦਾ ਟੈਂਡਰ ਪਾਸ ਹੁੰਦਾ, 940 ਰੁਪਏ 'ਚ ਦਿੱਤਾ ਜਾਂਦਾ, ਯਾਨੀ ਸਰਕਾਰ ਤਕਰੀਬਨ 100 ਰੁਪਏ ਵਧਾ ਕੇ ਕੰਪਨੀ ਨੂੰ ਇਹ ਟੈਂਡਰ ਦੇ ਦਿੰਦੀ ਹੈ। ਇੱਥੇ ਬਸ ਨਹੀਂ ਹੈ, ਅੱਗੇ ਚਲੋ। 17 ਦਿਨਾਂ ਬਾਅਦ ਯਾਨੀ ਕਿ 20 ਅਪ੍ਰੈਲ ਨੂੰ ਸਰਕਾਰ ਮੁੜ ਤੋਂ ਟੈਂਡਰ ਜਾਰੀ ਕਰਦੀ ਹੈ। 17 ਦਿਨਾਂ ਦੇ ਵਿੱਚ ਉਹ ਟੈਂਡਰ ਖਤਮ ਕਰਕੇ ਨਵਾਂ ਟੈਂਡਰ ਕੱਢਿਆ ਜਾਂਦਾ ਹੈ। ਇਸ ਵਾਰ ਟੈਂਡਰ ਲੁਧਿਆਣਾ ਦੀ ਗ੍ਰੈਂਡ ਵੇ ਇਨਕੋਰਪੋਰੇਸ਼ਨ ਕੰਪਨੀ ਨੂੰ ਦਿੱਤਾ ਜਾਂਦਾ ਹੈ। ਇਸ ਦੇ ਵਿੱਚ ਇੱਕ ਫਤਿਹ ਕਿੱਟ ਦੀ ਕੀਮਤ 1226 ਰੁਪਏ ਤੈਅ ਕਰ ਦਿੱਤੀ ਜਾਂਦੀ ਹੈ, ਯਾਨੀ ਕਿ ਪਹਿਲੇ ਵਾਲੇ ਟੈਂਡਰ ਤੋਂ 285 ਰੁਪਏ ਵੱਧ ਕੀਮਤ ਤੇ ਦੂਜਾ ਟੈਂਡਰ ਪਾਸ ਕਰ ਦਿੱਤਾ ਜਾਂਦਾ ਹੈ। ਇੱਥੇ ਬਸ ਨਹੀਂ, 7 ਮਈ ਨੂੰ ਸਰਕਾਰ ਵੱਲੋਂ ਇੱਕ ਤੀਜਾ ਟੈਂਡਰ ਵੀ ਜਾਰੀ ਕਰ ਦਿੱਤਾ ਜਾਂਦਾ ਹੈ। ਇਹ ਟੈਂਡਰ ਵੀ ਗ੍ਰੈਂਡ ਵੇ ਇਨਕੋਰਪੋਰੇਸ਼ਨ ਕੰਪਨੀ ਨੂੰ ਦਿੱਤਾ ਜਾਂਦਾ ਹੈ। ਇੱਕ ਵਾਰ ਫਿਰ ਤੋਂ ਫਤਿਹ ਕਿੱਟ ਦੀ ਕੀਮਤ 1338 ਰੁਪਏ ਤੈਅ ਕਰ ਦਿੱਤੀ ਜਾਂਦੀ ਹੈ, ਯਾਨੀ ਕਿ ਦੂਜੇ ਟੈਂਡਰ ਦੇ ਨਾਲੋਂ 111 ਰੁਪਏ ਹੋਰ ਵਧਾ ਦਿੱਤੇ ਜਾਂਦੇ ਨੇ। ਆਰਟੀਆਈ ਕੰਪਨੀ ਨੇ ਜੋ ਖੁਲਾਸਾ ਕੀਤਾ, ਉਸਨੇ ਤਾਂ ਇਸ ਤੋਂ ਵੀ ਅੱਤ ਕਰ ਦਿੱਤੀ ਕਿ ਜਿਹੜੀ ਕੰਪਨੀ ਨੂੰ ਫਤਿਹ ਕਿੱਟਾਂ ਦਾ ਆਰਡਰ ਦਿੱਤਾ ਗਿਆ, ਉਹਦੇ ਕੋਲ ਲਾਇਸੈਂਸ ਹੀ ਨਹੀਂ ਹੈਗਾ ਕਿ ਉਹ ਫਤਿਹ ਕਿੱਟਾਂ ਪ੍ਰੋਵਾਈਡ ਕਰਾ ਪਾਏ। 50 ਦਿਨਾਂ ਦੇ ਅੰਦਰ 4 ਵਾਰ ਟੈਂਡਰ ਕੱਢੇ ਗਏ। ਪਹਿਲੀ ਵਾਰੀ ਜਿਹੜੀ ਕਿੱਟ ਲਈ ਗਈ ਉਹ 800 ਰੁਪਏ ਦੀ, ਤੇ ਚੌਥੇ ਟੈਂਡਰ ਦੇ ਵਿੱਚ ਆਉਂਦੇ ਉਹ 1400 ਰੁਪਏ ਦੀ ਹੋਗੀ। ਇੱਥੇ ਵੀ ਗੱਲ ਖਤਮ ਨਹੀਂ ਹੋ ਜਾਂਦੀ। ਜਿਹੜਾ ਪਹਿਲੀ ਕੰਪਨੀ ਨਾਲ ਕਰਾਰ ਕੀਤਾ ਗਿਆ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 6 ਮਹੀਨੇ ਤੱਕ
ਅਨਲਿਮਿਟਿਡ ਕਿੱਟਾਂ ਤੁਸੀਂ ਸਾਨੂੰ ਇਸੇ ਪ੍ਰਾਈਸ ਤੇ ਦਿਓਗੇ ਔਰ ਇਸੇ ਪ੍ਰਾਈਸ ਤੇ ਸਹਿਮਤੀ ਵੀ ਬਣੀ ਸੀ। ਖੁੱਲਰ ਸਾਹਿਬ ਕਿੱਥੇ ਕਿੱਥੇ ਭੱਜੋਗੇ ਤੁਸੀਂ? ਫਤਿਹ ਕਿੱਟਾਂ ਦੇ ਵਿੱਚ ਵੀ ਐਡਾ ਵੱਡਾ ਘੁਟਾਲਾ ਹੋਇਆ। ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਜਾ ਚੁੱਕਿਆ ਹੈ। ਹਾਈ ਕੋਰਟ ਨੇ ਤੁਹਾਡੀ ਸਰਕਾਰ ਤੋਂ ਪੁੱਛਿਆ, ਸਰਕਾਰ ਨੇ ਮੰਨ ਲਿਆ ਕਿ ਹਾਂ ਜੀ ਅਸੀਂ ਜਾਂਚ ਕਰਾਂਗੇ, ਇਹਦੇ ਵਿੱਚ ਵੀ ਕੁਝ ਗੜਬੜ ਹੋਈ ਹੈ। ਮੈਂ ਇੱਕ ਮਿੰਟ ਵਾਪਸ ਆਣਾ। ਹਾਂਜੀ ਸ਼ਰਮਾ ਸਾਹਿਬ, ਰਿਐਕਸ਼ਨ ਕੀ ਹੈ? ਇਹ ਮੁੱਦਾ ਮੈਨੂੰ ਲੱਗਦਾ ਤੁਹਾਨੂੰ ਵੀ ਪਤਾ ਹੋਣਾ। ਹਰਪ੍ਰੀਤ ਜੀ, ਮੈਂ ਤੁਹਾਨੂੰ ਇੱਕ ਇਹਦੇ ਨਾਲ ਹੋਰ ਘਪਲਾ ਵੀ ਮੈਂ ਤੁਹਾਨੂੰ ਦੱਸਾਂ ਇਸ ਤੋਂ ਵੱਡਾ। ਮੈਂ ਇੱਥੇ ਆਈਸੋਲੇਸ਼ਨ ਸੈਂਟਰ ਜਿਹੜਾ ਜੀਰਕਪੁਰ ਚ ਖੋਲਿਆ ਹੋਇਆ ਹੈਗਾ। ਸਰਕਾਰ ਨੇ ਚਲੋ ਸਾਨੂੰ ਆਕਸੀਜਨ ਨਹੀਂ ਦਿੱਤੀ, ਕੋਸ਼ਿਸ਼ ਕਰੀ ਵੀ ਇੱਥੇ ਇਲਾਜ ਨਾ ਹੋਏ, ਇੱਕ ਪਾਰਟੀ ਸੋਚ ਕੇ ਅਸੀਂ ਉਹਨੂੰ ਚਾਲੂ ਕਰ ਲਿਆ। ਡੇਲੀ ਜਿਹੜੇ ਪੇਸ਼ੈਂਟ ਕਰੋਨਾ ਪੋਜ਼ਿਟਿਵ ਹੁੰਦੇ ਆ, ਮੇਰੇ ਕੋਲ ਰਿਕਾਰਡ ਆ, ਅਸੀਂ ਰੋਜ਼ ਉਹਨਾਂ ਨੂੰ ਫੋਨ ਕਰਦੇ ਆ। ਸਿਵਲ ਸਰਜਨ ਕਹਿੰਦਾ ਕਿ ਹਰੇਕ ਜਿਹੜਾ ਪੇਸ਼ੈਂਟ ਪੋਜ਼ਿਟਿਵ ਆਂਦਾ ਅਸੀਂ ਫਤਿਹ ਕਿੱਟ ਉਹਦੇ ਘਰ ਭੇਜਦੇ ਆ। ਪਰ ਮੈਂ ਦਾਅਵੇ ਨਾਲ ਕਹਿ ਸਕਦਾ, ਮੇਰੇ ਕੋਲ ਰਿਕਾਰਡ ਆ, ਫੋਨ ਕਾਲਸ ਕੀਤੀਆਂ ਹੋਈਆਂ, ਜਿਹੜੀ ਫਤਿਹ ਕਿੱਟਾ ਜੇ 100 ਪੋਜ਼ਿਟਿਵ ਆਂਦੇ ਆ ਤਾਂ ਮੇਰੇ ਹਲਕੇ ਦਾ ਇਹ ਰਿਕਾਰਡ ਆ ਕਿ 15% ਪੋਜ਼ਿਟਿਵ ਪੇਸ਼ੈਂਟ ਨੂੰ ਹੀ ਕਿੱਟਾਂ ਮਿਲੀਆਂ, 85% ਨੂੰ ਫਤਿਹ ਕਿੱਟਾਂ ਮਿਲੀਆਂ ਹੀ ਨਹੀਂ। ਤੁਸੀਂ ਦੇਖੋ ਵੀ ਕਿੱਟਾਂ ਮਿਲੀਆਂ ਨਹੀਂ। ਇਹ ਦਾਵਾ ਕਰ ਰਹੇ ਆ ਵੀ ਹਰੇਕ ਪੋਜ਼ਿਟਿਵ ਪੇਸ਼ੈਂਟ ਨੂੰ ਅਸੀਂ ਫਤਿਹ ਕਿੱਟ ਦੇ ਰਹੇ ਆ, ਔਰ ਜਿਨ੍ਹਾਂ ਨੂੰ ਮਿਲੀਆਂ ਨਾ, ਬਹੁਤ ਸਾਰੀ ਫਤਿਹ ਕਿੱਟਾਂ ਦੇ ਅੰਦਰ ਆਕਸੀਮੀਟਰ ਹੀ ਨਹੀਂ ਹੈ, ਕਿਸੇ ਦੇ ਥਰਮਾਮੀਟਰ ਨਹੀਂ ਹੈ। ਜੇ 5 ਫਤਿਹ ਕਿੱਟਾਂ ਕਿਸੇ ਪਰਿਵਾਰ ਨੂੰ ਮੰਨ ਲਓ ਦੇ ਵੀ ਦਈਆਂ ਤਾਂ ਇੱਕ ਆਕਸੀਮੀਟਰ। ਠੀਕ ਹੈ, ਤੁਹਾਡੀ ਆਵਾਜ਼ ਕੱਟ ਗਈ, ਮੈਂ ਇੱਕ ਮਿੰਟ ਵਾਪਸ ਆਣਾ। ਹਾਂਜੀ ਸੰਗੇੜਾ ਸਾਹਿਬ, ਜਿਹੜੀ ਇਹ ਗੱਲ ਤੁਸੀਂ ਅਫਸਰ ਰਹੇ ਹੋ, 50 ਦਿਨਾਂ ਦੇ ਵਿੱਚ 4 ਵਾਰ ਟੈਂਡਰ ਕੀਤੇ ਜਾਣੇ, ਚਾਰੋਂ ਵਾਰ ਰੇਟ ਅਲੱਗ-ਅਲੱਗ ਹੋਣੇ। ਪਹਿਲੇ ਟੈਂਡਰ ਦੇ ਵਿੱਚ ਜਦੋਂ ਤੈਅ ਹੋ ਗਿਆ ਕਿ 840 ਦੀ ਫਤਿਹ ਕਿੱਟ ਆਊਗੀ, 6 ਮਹੀਨੇ ਤੱਕ ਤੁਸੀਂ ਲੈ ਸਕਦੇ ਹੋ ਜਿੰਨੀਆਂ ਮਰਜ਼ੀ, ਫਿਰ ਇਹ 3 ਟੈਂਡਰ ਹੋਰ ਕੱਢਣ ਦੀ ਕੀ ਲੋੜ ਪੈ ਗਈ? ਨੈਸ਼ਨਲ ਵਿਜੀਲੈਂਸ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ, ਦੂਸਰੀ ਦਈਆਂ ਨਹੀਂ ਹੈਗੀ, ਉਹਦੇ ਅਨੁਸਾਰ ਬਿਲਕੁਲ ਹੀ ਇਹ ਘਪਲੇਬਾਜ਼ੀ ਹੈ। ਇਹ ਬਹੁਤ ਵੱਡੀ ਘਪਲੇਬਾਜ਼ੀ ਹੈ। ਈਵਨ ਤੁਸੀਂ ਜਿਹਦੇ ਟੈਂਡਰ ਪਾਸ ਵੀ ਕੀਤੇ ਉਹਦੇ ਵਿੱਚ 10 ਰੁਪਏ ਵੀ ਨਹੀਂ ਵਧਾ ਸਕਦੇ। ਤੇ ਇਹ ਤਾਂ ਜੇ ਤੁਸੀਂ ਟੈਂਡਰ ਕਿਸੇ ਹੋਰ ਪ੍ਰਾਈਸ ਤੇ ਐਕਸੈਪਟ ਕੀਤੇ ਆ, ਦਿੱਤੇ ਹੋਰ ਕਿਸੇ ਤੁਸੀਂ ਦਿੱਤੇ ਕਿਸੇ ਹੋਰ ਪ੍ਰਾਈਸ ਤੇ, ਔਰ ਜਿਹੜੀ ਐਸਕੇਲੇਸ਼ਨ ਹੋਈ ਆ ਇਹਨਾਂ ਦਿਨਾਂ ਚ ਪ੍ਰਾਈਸ ਇੰਡੈਕਸ ਤਾਂ ਇੰਨਾ ਉੱਪਰ ਗਿਆ ਨਹੀਂ ਹੈਗਾ। ਉਹ ਤਾਂ ਜੇ ਕੋਈ ਟਰਮਸ ਐਂਡ ਕੰਡੀਸ਼ਨ ਦਿੱਤੀਆਂ ਹੋਣ ਵੀ 2 ਸਾਲ ਲਈ ਕਿਸੇ ਨੂੰ ਟੈਂਡਰ ਦਿੱਤਾ ਜਾਂਦਾ ਜਾਂ ਹੋਰ ਉਹ 50 ਦਿਨਾਂ ਦੇ ਵਿੱਚ ਦੁੱਗਣਾ ਰੇਟ ਹੋ ਜੇ। ਉਹੀ ਤਾਂ ਮੈਂ ਕਹਿ ਰਿਹਾ ਜੀ, ਟਰਮਸ ਐਂਡ ਕੰਡੀਸ਼ਨ ਦੇ ਵਿੱਚ ਜੇ ਪਾਇਆ ਹੋਇਆ ਵੀ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਇਹਦੀ ਐਸਕੇਲੇਸ਼ਨ ਹੋਏਗੀ, ਫੇਰ ਹੋ ਸਕਦਾ। ਨਹੀਂ ਤਾਂ ਉਹ ਜੇ ਦਿੱਤਾ ਅਨਲਿਮਿਟਡ ਤੁਸੀਂ ਸਪਲਾਈ ਕਰਨੀ ਆ ਤਾਂ ਉਹ ਉਹਨਾਂ ਟਰਮਸ ਐਂਡ ਕੰਡੀਸ਼ਨ ਤੇ ਹੋਣੀ ਆ। ਜੇ ਉਹ ਰੱਦ ਕਰਨਾ ਤਾਂ ਵੀ ਉਹਨਾਂ ਟਰਮਸ ਐਂਡ ਕੰਡੀਸ਼ਨ ਦੇ ਨਾਲ ਹੋਣਾ ਆ। ਸੋ ਇਹ ਤਾਂ ਸ਼ਰਿਆਮ ਇਹ ਵੀ ਘਪਲੇਬਾਜ਼ੀ ਹੈ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ। ਸੰਗੇੜਾ ਸਾਹਿਬ, ਮੈਂ ਇੱਕ ਗੱਲ ਥੋੜੀ ਜਿਹੀ ਸਮਝਣਾ ਚਾਹਨਾ, ਐਜ਼ ਅ ਪੋਲੀਟੀਸ਼ੀਅਨ ਮੈਂ ਤੁਹਾਡੇ ਤੋਂ ਸਮਝਣਾ ਚਾਹਨਾ, ਇਹ ਜਿਹੀਆਂ ਚੀਜ਼ਾਂ ਨੂੰ ਹਾਇਰ ਲੈਵਲ ਤੱਕ ਇਹ ਗੱਲਾਂ ਪਹੁੰਚਦੀਆਂ ਨੇ। ਹੋ ਸਕਦਾ ਕਿ ਹੇਠਲੇ ਲੈਵਲ ਤੱਕ ਹੀ, ਅਫਸਰ ਲੈਵਲ ਤੱਕ ਇਹ ਗੱਲ ਖਤਮ ਹੋ ਜਾਂਦੀ ਹੋਵੇ, ਸਰਕਾਰ ਦੇ ਉੱਪਰ ਤੱਕ ਪਹੁੰਚਦੀ ਨਾ ਹੋਵੇ। ਅਜਿਹਾ ਪੋਸੀਬਲ ਹੈ? ਹਰਪ੍ਰੀਤ ਜੀ, ਡਿਪੈਂਡ ਕਰਦਾ ਹੈ ਕਿ ਘਟਾਲਾ ਕਿੱਡਾ ਵੱਡਾ ਆ। ਵੱਡੇ ਘਟਾਲੇ ਜਿਹੜੇ ਆ ਉੱਪਰੋਂ ਥੱਲੇ ਨੂੰ ਆਉਂਦੇ ਆ, ਜਿਨ੍ਹਾਂ ਦੇ ਲਿੰਕ ਬਾਕੀ ਵੱਡੇ ਘੁਟਾਲਿਆਂ ਦੇ ਵਿੱਚ ਹੀ ਹੁੰਦੇ ਆ, ਉਹੀ ਉਹ ਛੋਟੇ ਘੁਟਾਲੇ ਕਰਦੇ ਆ ਕਿ ਹੱਥ ਪਹਿਲਾਂ ਹੀ ਰਲੇ ਹੋਏ ਆ। ਜੇ ਫਸ ਵੀ ਗਏ ਤਾਂ ਉੱਪਰਲੇ ਬਚਾ ਲੈਣਗੇ, ਕਿਉਂਕਿ ਇੱਕ ਦੂਜੇ ਨਾਲ ਸਾਂਝ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਜਦੋਂ ਤੁਸੀਂ ਸੁਣਿਆ। ਮੈਂ ਵਿੱਚੋਂ ਮੇਰਾ ਧਿਆਨ ਜਾਂਦਾ ਹੋਰ ਇਹ ਪਾਸੇ ਚਲਾ ਗਿਆ ਕਿ ਇੱਧਰ ਇੱਕ ਪਾਸੇ ਤਾਂ ਲੋਕਾਂ ਨੂੰ ਲੱਕੜਾਂ ਨਹੀਂ ਮਿਲ ਰਹੀਆਂ ਬੋਡੀਜ਼ ਫੂਕਣ ਲਈ, ਇਹਦੇ ਵਿੱਚ ਵੀ ਇਹਨਾਂ ਨੂੰ ਭੁੱਖ ਪਈ ਹੋਈ ਹੈ। ਮੈਂ ਤਾਂ ਹੈਰਾਨ ਆ। ਇਹਦੇ ਤੋਂ ਕਲੀਅਰ ਕੱਟ ਇਹ ਕਾਂਗਰਸ ਪਾਰਟੀ ਦਾ ਕਸੂਰ ਹੈ, ਕਾਂਗਰਸ ਸਰਕਾਰ ਦਾ ਕਸੂਰ ਹੈ। ਇਹਨਾਂ ਨੂੰ ਮੈਨੂੰ ਲੱਗਦਾ ਪਤਾ ਲੱਗ ਗਿਆ ਵੀ ਇਹਨਾਂ ਦੀ ਸਰਕਾਰ ਸਰਕੂਰ ਤਾਂ ਆਉਣੀ ਨਹੀਂ, ਹੋਰ ਲੁੱਟ ਲਓ ਜਿੰਨਾ ਅਸੀਂ ਲੁੱਟ ਸਕਦੇ ਹਾਂ। ਇਹਦਾ ਮਤਲਬ ਪਤਾ ਨਹੀਂ ਕਿੱਥੇ ਕੀ ਹੋ ਰਿਹਾ। ਆਈ ਐਮ ਰੀਅਲੀ ਸਕੇਅਰਡ ਕਿ ਸਾਡੇ ਲੋਕਾਂ ਦਾ ਕੀ ਬਣੂ, ਸਾਡੇ ਪੰਜਾਬ ਦਾ ਕੀ ਬਣੂਗਾ। ਉੱਥੇ ਫੌਜ ਖੜੀ ਕੀਤੀ ਹੋਈ ਆ ਇਹਨਾਂ ਨੇ, ਜਿਹੜੀ ਫੌਜ ਥੱਲੇ ਬੈਠੀ ਆ ਸੀਐਮ ਸਾਹਿਬ ਦੇ, ਐਡਮਿਨਿਸਟ੍ਰੇਸ਼ਨ ਤਾਂ ਸਰਕਾਰ ਚਲਾ ਹੀ ਨਹੀਂ ਰਹੀ, ਕਿਉਂਕਿ ਰਾਜਸੀ ਜਿਹੜੀ ਕੈਬਨਿਟ ਆ ਉਹ ਨਹੀਂ ਸਰਕਾਰ ਚਲਾ ਰਹੀ। ਤਾਂ ਸਾਰਿਆਂ ਨੂੰ ਪਤਾ, ਆਪਾਂ ਸਾਰੇ ਇਹੀ ਕਹਿੰਦੇ ਐਡਮਿਨਿਸਟ੍ਰੇਸ਼ਨ ਚਲਾ ਰਹੀ ਆ, ਨਹੀਂ, ਐਡਵਾਈਜ਼ਰਾਂ ਦੀ ਟੀਮ ਚਲਾ ਰਹੀ ਆ। ਐਡਵਾਈਜ਼ਰ ਤੁਹਾਨੂੰ ਪਤਾ ਹੀ ਆ ਕਿ ਵਿੱਚੋਂ ਕੁਝ ਹੋ ਸਕਦਾ ਠੀਕ ਹੋਣ, ਬਾਕੀ ਜਿਹੜੇ ਉਹ ਕਿੱਦਾਂ ਦੇ ਹੈਗੇ ਆ, ਕੀ ਹੋ ਰਿਹਾ, ਕੀ ਕਲੈਕਸ਼ਨ ਹੋ ਰਹੀ ਆ। ਪੋਲੀਟੀਕਲ ਪਾਰਟੀਆਂ ਨੂੰ ਛੱਡੋ, ਆਮ ਲੋਕਾਂ ਦਾ ਵੀ ਤਾਂ ਵਿਸ਼ਵਾਸ ਡਗਮਗਾਉਂਦਾ ਨਾ ਇੱਕ ਵਾਰੀ ਤਾਂ, ਵੀ ਇੱਥੇ ਤਾਂ ਸਾਨੂੰ ਇਹਨਾਂ ਚੀਜ਼ਾਂ ਦੀ। ਹੁਣ ਤੁਸੀਂ ਇੱਕ ਹਿਸਾਬ ਲਾਓ, ਜਿਹੜਾ ਬੰਦਾ ਸਵੇਰੇ ਵੈਕਸੀਨ ਲਗਵਾਉਣ ਗਿਆ, ਉਹਨੂੰ ਵੈਕਸੀਨ ਨਹੀਂ ਮਿਲੀ, ਉਹ ਘਰ ਆਇਆ, ਜਦੋਂ ਅੱਜ ਇਹ ਖਬਰ ਦੇਖੇਗਾ ਕਿ ਮੇਰੇ ਹਿੱਸੇ ਦੀ ਵੈਕਸੀਨ ਪ੍ਰਾਈਵੇਟ ਹਸਪਤਾਲ ਨੂੰ ਚਲੀ ਗਈ, ਤਾਂ ਉਹ ਕੀ ਸੋਚੇਗਾ? ਦੂਜਾ ਪੋਜ਼ਿਟਿਵ ਮਰੀਜ਼ ਜਿਹਦੇ ਕੋਲ ਹਾਲੇ ਤੱਕ ਫਤਿਹ ਕਿੱਟ ਨਹੀਂ ਪਹੁੰਚੀ, ਉਹ ਜ਼ਰੂਰ ਸੋਚੇਗਾ ਕਿ 800 ਰੁਪਏ ਦੀ ਫਤਿਹ ਕਿੱਟ ਤੁਸੀਂ 1300 ਰੁਪਏ 'ਚ ਖਰੀਦੀ ਤਾਂ ਵੀ ਮੈਨੂੰ ਨਹੀਂ ਮਿਲੀ, ਤਾਂ ਲੋਕਾਂ ਦਾ ਵਿਸ਼ਵਾਸ ਨਹੀਂ ਡਗਮਗਾਉਂਦਾ ਸਰਕਾਰਾਂ ਤੋਂ। ਗੱਲ ਇਹ ਆ ਹਰਪ੍ਰੀਤ ਜੀ, ਦੇਖੋ ਅਸੀਂ 3.5 ਲੱਖ ਤੋਂ ਉੱਪਰ ਜਿਹੜੀ ਹੈਗੀ ਫਤਿਹ ਕਿਟਸ ਦੇ ਚੁੱਕੇ ਆ। ਦੂਜੀ ਗੱਲ, ਸੰਘੇੜਾ ਸਾਹਿਬ ਕਹਿੰਦੇ ਕਿ ਜੀ ਇਹਨਾਂ ਦੀ ਸਰਕਾਰ ਨਹੀਂ ਬਣਨੀ, ਭਵਿੱਖਬਾਣੀਆਂ ਬਹੁਤ ਕਰਦੇ ਆਪ ਵਾਲੇ। ਪਹਿਲਾਂ ਇਹਨਾਂ ਨੂੰ ਆਪਣਾ ਘਰ ਵੇਖਣਾ ਚਾਹੀਦਾ, ਉਸ ਤੋਂ ਬਾਅਦ ਦੂਜੇ ਤੇ ਸਵਾਲ ਚੁੱਕਣੇ ਚਾਹੀਦੇ। ਪਾਰਟੀ ਤੇ ਪਹਿਲਾਂ ਆਪਣਾ ਸੰਭਾਲ ਲੈਣ, ਜੋ ਇਹਨਾਂ ਦਾ ਹਾਲ ਆ ਉਹ ਦੇਖਣ। ਤੀਸਰੀ ਗੱਲ ਹਰਪ੍ਰੀਤ ਜੀ, ਜਿਹੜੀ ਗੱਲ ਫਤਿਹ ਕਿਟਸ ਦੀ ਆ ਜੀ, ਉਹਦੇ 'ਚ ਜਿਹੜੇ ਟੈਂਡਰ ਹੋਏ ਜਾਂ ਜਿਹੜੀ ਗੱਲ ਹੈ ਉਹਦੇ ਬਾਰੇ ਮੈਂ ਜ਼ਿਆਦਾ ਅੱਜ ਨਹੀਂ ਗੱਲ ਕਰੂੰਗਾ ਤੁਹਾਡੇ ਨਾਲ, ਕਿਉਂਕਿ ਮੈਂ ਉਹਦੇ ਲਈ ਅਪਡੇਟ ਨਹੀਂ ਹੈਗਾ।
ਜਿਹੜੀ ਉਹਦੇ 'ਚ ਜਿੱਥੋਂ ਤੱਕ ਮੈਨੂੰ ਹੈਗਾ ਜੀ ਆਈਡੀਆ, ਉਹਦੇ ਕੁਛ ਰੇਟ ਜਿਹੜੇ ਸੈਂਟਰ ਤੋਂ, ਜਿਵੇਂ ਪਿੱਛੇ ਪ੍ਰੋਬਲਮ ਆ ਗਈ ਸੀ ਕਿ ਆਕਸੀਮੀਟਰਸ ਦੀ ਵੀ ਸ਼ਾਰਟੇਜ ਸੀਗੀ ਜਿਹੜੀਆਂ ਕੰਪਨੀਆਂ ਵੱਲੋਂ, ਦੂਜਾ ਸੀਗਾ ਹੋ ਸਕਦਾ ਕੋਈ ਕੰਪਨੀ ਦੇ ਨਾਲ ਜਿਹੜੀ ਟਰਮਸ ਐਂਡ ਕੰਡੀਸ਼ਨ ਦੇ ਉਹਦੇ ਤੋਂ ਦੁਬਾਰਾ ਜਿਹੜਾ ਟੈਂਡਰ ਕੀਤਾ ਉਹਦੇ 'ਚ ਕੋਈ ਰੇਟ ਦਾ ਕੋਈ 100-150 ਰੁਪਏ ਦਾ ਫਰਕ ਆਇਆ ਹੋਵੇ। ਉਹਦੇ ਬਾਰੇ ਮੈਂ ਹਲੇ ਬਿਲਕੁਲ ਕੋਈ ਟਿੱਪਣੀ ਨਹੀਂ ਕਰਨਾ ਚਾਹੂੰਗਾ ਹਰਪ੍ਰੀਤ ਜੀ। ਪਹਿਲੀ 800 ਤੇ ਦੂਜੀ 1340 ਰੁਪਏ। ਮੈਂ ਹਰਪ੍ਰੀਤ ਜੀ ਉਹੀ ਕਹਿਣਾ ਜੀ, ਮੈਂ ਉਹਦੇ ਤੇ ਇਸ ਵੇਲੇ ਕੋਈ ਮੈਨੂੰ ਜੋ ਜਿੰਨੀ ਕੁ ਇਨਫੋਰਮੇਸ਼ਨ ਹੈ ਮੈਂ ਉਨੀ ਦੱਸਾਂਗਾ। ਮੈਂ ਕੋਈ ਗਲਤ ਇਹ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ। ਮੈਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰਦਾ ਔਰ ਤੁਹਾਡੀ ਸਰਕਾਰ ਨੇ ਮੰਨਿਆ ਕਿ ਹਾਂ ਇਸ ਮਸਲੇ ਦੀ ਜਾਂਚ ਕੀਤੀ ਜਾਏਗੀ। ਸਾਨੂੰ ਵੀ ਇਹਦੇ ਵਿੱਚ ਗੜਬੜੀਆਂ ਲੱਗ ਰਹੀਆਂ ਨੇ, ਪਰ ਮੋਟੀ ਜੀ ਗੱਲ ਜਿਹੜੀ ਖੁੱਲਰ ਸਾਹਿਬ, ਜਿਹੜਾ ਮੈਂ ਪਹਿਲਾਂ ਸਵਾਲ ਪੁੱਛਿਆ ਕਿ ਲੋਕਾਂ ਦਾ ਵਿਸ਼ਵਾਸ ਥੜਕਦਾ ਸਰਕਾਰਾਂ ਤੋਂ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਫਤਿਹ ਮਿਸ਼ਨ ਫਤਿਹ ਅਸੀਂ ਵਿੜ ਲਿਆ, ਅਸੀਂ ਮਿਸ਼ਨ ਫਤਿਹ ਪੂਰਾ ਕਰ ਦੇਣਾ, ਇਸ ਤਰੀਕੇ ਨਾਲ ਮਿਸ਼ਨ ਫਤਿਹ ਪੂਰਾ ਹੋਏਗਾ? ਨਹੀਂ ਹਰਪ੍ਰੀਤ ਜੀ, ਲੋਕਾਂ ਦੇ ਦੇਖੋ ਕਿਸੇ ਦੇ ਹਿੱਸੇ ਦੀ ਵੈਕਸੀਨੇਸ਼ਨ ਨਹੀਂ ਗਈ। ਮੈਂ ਜਿਵੇਂ ਅੱਗੇ ਗੱਲ ਨੂੰ ਸਮਝ ਨਹੀਂ ਰਹੇ ਜੀ, ਜਿਹੜੀ ਆਪਾਂ ਪ੍ਰਾਈਵੇਟ ਵਾਲਿਆਂ ਦਾ ਹਸਪੀਟਲ ਨੂੰ ਵਨ ਟਾਈਮ ਹੀ ਅਸੀਂ ਦੇਣੀ ਸੀ, ਉਸ ਤੋਂ ਜਿਹੜੀ ਉਹ 20,000 ਡੋਜ਼ ਦਿੱਤੀ ਉਹ ਵੀ ਵਾਪਸ ਲੈ ਲਈ ਜੀ। ਦੂਸਰਾ ਆਪਣਾ ਇਹ ਗੱਲ ਹੈਗੀ ਜੀ, ਜਿਹੜੀਆਂ ਬਾਕੀ ਡੋਜ਼ਿਸ ਉਹ ਫ੍ਰੀ ਲੱਗ ਰਹੀਆਂ ਨੇ। ਪਹਿਲਾਂ ਜੇ 50 ਲੱਖ ਤੋਂ ਉੱਪਰ ਵੈਕਸੀਨੇਟ ਅਸੀਂ ਕੀਤਾ ਵਾ ਤੇ ਉਹ ਫ੍ਰੀ ਕੀਤਾ ਜੀ, ਉਹ 'ਚ ਗਰੀਬਾਂ ਨੇ ਵੀ ਲਵਾਈ ਆ, ਅਮੀਰਾਂ ਨੇ ਲਵਾਈ ਆ। ਸਾਡੀ ਜਨਤਾ ਸਾਰੀ ਸਾਡੇ ਲਈ ਸਾਰੇ ਇੱਕੋ ਜਿਹੇ ਨੇ, ਚਾਹੇ ਉਹ ਗਰੀਬ ਹੈ ਅਮੀਰ ਹੈ। ਇਸ ਗੱਲ ਦਾ ਜਵਾਬ ਤਾਂ ਦੇ ਦਿਓ ਨਾ, ਜਿਹੜੀ ਫ੍ਰੀ ਜਿਹੜੀ ਪ੍ਰਾਈਵੇਟ ਹਸਪੀਟਲ ਵਿੱਚ ਵੀ ਲੱਗਣੀ ਸੀ ਜੇ ਉਹ ਮੰਗਦੇ ਸੀਗੇ ਤਾਂ ਉੱਥੇ ਕਿਉਂ ਨਹੀਂ ਫ੍ਰੀ ਲੱਗ ਸਕਦੀ? ਗਵਰਨਮੈਂਟ ਕਿਉਂ ਨਹੀਂ ਉਹ ਕੰਟਰੋਲ ਕਰ ਸਕਦੀ? ਇਸ ਗੱਲ ਨੂੰ ਤੁਸੀਂ ਸਕਿਪ ਕਰੀ ਜਾ ਰਹੇ ਹੋ। ਆਪਣਾ ਹੈਲਪਿੰਗ ਹੈਂਡ ਆਪਣਾ ਰਸਤਾ ਖੋਲ੍ਹਿਆ ਚਲੋ ਨਾ, ਗੱਲ ਹੈ ਕਿ ਉਹ ਫੈਸਲਾ ਕੋਈ ਵਪਾਰ ਦਾ ਰਸਤਾ ਨਹੀਂ ਜੀ। ਤੁਸੀਂ ਵਿਰੋਧੀਆਂ ਦਾ ਕੰਮ ਆ, ਤੁਸੀਂ ਰੌਲਾ ਪਾਉਣਾ ਵਾ, ਤੁਸੀਂ ਪਾਈ ਜਾਓ। ਅਸੀਂ ਸਾਡੀ ਕੋਈ ਇੰਟੈਂਸ਼ਨ ਮਾੜੀ ਨਹੀਂ, ਨੀਅਤ ਸਾਡੀ ਬਿਲਕੁਲ ਸਾਫ਼ ਆ। ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਉਹ ਫੈਸਲਾ ਹੀ ਵਾਪਸ ਹੋ ਗਿਆ, ਇਹਨੂੰ ਆਪਾਂ ਕ੍ਰਿਟਿਸਾਈਜ਼ ਕਰੀ ਜਾਈਏ, ਉਹਦੀ ਗੱਲ ਹੀ ਨਹੀਂ ਹੈਗੀ। ਉਹਦੀ ਚੀਜ਼ 1060 ਚ ਵੇਚ ਰਹੇ ਹੋ, ਇਹਨੂੰ ਹੋਰ ਕੀ ਕਹੀਏ? ਉਹ ਤੇ ਭੰਡਾਰੀ ਸਾਹਿਬ ਫਿਰ ਤੁਸੀਂ ਉੱਥੇ ਬੈਠੇ ਹੋ ਬੀਜੇਪੀ ਦੇ, ਫਿਰ ਉੱਤੋਂ ਫ੍ਰੀ ਤੁਸੀਂ 35,000 ਕਰੋੜ ਰੱਖਿਆ ਹੀ, ਜਵਾਬ ਦਿਓ ਨਾ ਕਿੱਥੇ ਖਰਚ ਕਿੰਨਾ ਕੀਤਾ ਜੇ? ਜਿਆਦੇ ਤੁਹਾਡੇ ਫਾਈਨਾਂਸ ਮਿਨਿਸਟਰ ਕਹਿੰਦੇ ਨੇ ਕਿ 35,000 ਕਰੋੜ ਠੱਗੀਆਂ ਮਾਰਨ ਵਾਸਤੇ ਤੁਸੀਂ ਬੇੜਾ ਗਰ ਕਰਕੇ ਰੱਖਤਾ ਹਿੰਦੁਸਤਾਨ ਦਾ ਹੈ। 18 ਤੋਂ 45 ਸਾਲ ਆਪਣੀ ਪਿੱਠ ਥੱਪ ਥਪਾਉਂਦੇ ਰਹੇ ਜੇ, ਵਿਦਆਊਟ ਵੈਕਸੀਨੇਸ਼ਨ ਦਾ ਉਤਸਵ ਮਨਾਉਂਦੇ ਰਹੇ ਜੇ, ਵੈਕਸੀਨੇਸ਼ਨ ਉਤਸਵ ਮਨਾ ਰਹੇ ਜੇ, ਟੀਕਾ ਤੁਹਾਡੇ ਕੋਲ ਹੈ ਨਹੀਂ। ਲੋਕਾਂ ਦੇ ਗਰੀਬਾਂ ਦੇ ਹਿੱਸੇ ਦੀ ਤੁਸੀਂ ਸ਼ਰਮ ਕਰੋ, ਸ਼ਰਮ ਕਰੋ। ਭੰਡਾਰੀ ਸਾਹਿਬ 6.5 ਕਰੋੜ ਡੋਜ਼ ਬਾਹਰ ਭੇਜਦੀ ਤੁਸੀਂ ਗਰੀਬਾਂ ਦੀ, 6.5 ਕਰੋੜ ਡੋਜ਼ ਬਾਹਰ ਭੇਜੀ ਗਰੀਬਾਂ ਦੀ ਤੁਸੀਂ। ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ, ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ। ਤੁਹਾਨੂੰ ਤੇ ਚੈਨਲ ਤੇ ਆਉਣਾ ਨਹੀਂ ਚਾਹੀਦਾ। ਚਲੋ ਇੱਕ ਹੋਰ ਆ ਗਿਆ, ਤੁਹਾਨੂੰ ਤੇ ਚੈਨਲਾਂ ਤੇ ਆਉਣਾ ਨਹੀਂ ਚਾਹੀਦਾ। ਜਿਹੜੀ ਇਹ ਪਾਰਟੀ ਠੇਕਾ ਲਿੱਤਾ ਨਾ ਲੋਕਾਂ ਨੂੰ ਲੁੱਟਣ ਦਾ, ਲੋਕ ਤੁਹਾਨੂੰ ਸਬਕ ਸਿਖਾਉਣਗੇ। ਠੀਕ ਹੈ, ਇੱਕ ਮਿੰਟ ਸ਼ਰਮਾ ਸਾਹਿਬ, ਇੱਕ ਮਿੰਟ ਆਇਆ ਗਰਗ ਸਾਹਿਬ ਤੋਂ ਇੱਕ ਰਿਪਲਾਈ ਲੈ ਲਾ। ਗਰਗ ਸਾਹਿਬ, ਜਿਹੜੀ ਗੱਲ ਤੁਸੀਂ ਫਤਿਹ ਕਿੱਟਾਂ ਦੀ ਕਹੀ ਹੈ ਉਹ ਪੂਰੀ ਡਿਟੇਲ ਮੇਰੇ ਕੋਲ ਆਈ ਹੈ, ਜਿਹੜੀ ਮੈਂ ਤੁਹਾਨੂੰ ਦੱਸੀ ਵੀ ਹੈ। ਇਹ ਗੱਲ ਹੋ ਸਕਦੀ ਹੈ ਕਿ ਕਿਉਂਕਿ ਜਦੋਂ ਕਰੋਨਾ ਪਹਿਲਾਂ ਆਇਆ ਉਦੋਂ ਰੇਟਸ ਹੋਰ ਸੀਗੇ, ਜਿਵੇਂ ਜਿਵੇਂ ਇਹ ਫੈਲਦਾ ਗਿਆ ਸ਼ਾਰਟੇਜ ਹੁੰਦੀ ਰਹੀ, ਇਹ ਇੱਕ ਰੀਜ਼ਨ ਹੋ ਸਕਦਾ ਕਿ ਇਸੇ ਕਰਕੇ ਦੁਬਾਰਾ ਟੈਂਡਰ ਵੀ ਕੱਢੇ ਗਏ, ਦੁਬਾਰਾ ਰੇਟ ਵਧਾ ਕੇ ਵੀ ਦਿੱਤੇ ਗਏ। ਦੇਖੋ ਗੱਲ ਇਹ ਹੈ, ਤੁਸੀਂ ਇਸ ਸਵਾਲ ਨੂੰ ਨਾ ਜਦ ਬ੍ਰੌਡਲੀ ਦੇਖਣਾ, ਜਿਵੇਂ ਤੁਸੀਂ ਕਹਿਤਾ ਵੀ ਹਾਈ ਕੋਰਟ 'ਚ ਕਹੀ ਦਿੱਤਾ ਇਹਨਾਂ ਨੇ, ਇਹਦੀ ਵੱਡੀ ਇਨਕੁਆਇਰੀ ਦੀ ਲੋੜ ਹੈ। ਇਹ ਕਿੱਟਾਂ ਵੰਡੀਆਂ ਵੀ ਨਹੀਂ ਜਾ ਰਹੀਆਂ। ਸੰਗਰੂਰ ਦੀਆਂ ਪਤਾ ਨਹੀਂ ਕਿੰਨੀਆਂ ਰਿਪੋਰਟ, ਮੇਰਾ ਹੋਮ ਡਿਸਟ੍ਰਿਕਟ ਹੈ ਸੰਗਰੂਰ ਜੀ, ਕਿ ਜੀ ਆਕਸੀਮੀਟਰ ਉਹਦੇ ਵਿੱਚ ਹੈ ਨਹੀਂ, ਕਿੱਟਾਂ ਮਿਲ ਨਹੀਂ ਰਹੀਆਂ। ਇਹ ਸੱਚ ਹੈ। ਤੁਸੀਂ ਖਾਤੇ ਪਾ ਦਿਓ, ਜਿਵੇਂ ਫੈਮਿਲੀ ਪਲਾਨਿੰਗ ਦੇ ਝੂਠੇ ਕੇਸ ਪਾਉਂਦੇ ਸੀ। ਇੱਕ ਵਾਰੀ ਮੈਂ ਇੱਕ ਸੈਕਟਰੀ ਨੂੰ ਕਿਹਾ ਸੀ, ਮੈਂ ਉਸ ਹਿਸਾਬ ਨਾਲ ਤਾਂ ਪੰਜਾਬ 'ਚ ਬਰਥ ਰੇਟ 0 ਹੋ ਜਾਣਾ ਚਾਹੀਦਾ। ਇਨਾਮ ਮਿਲਦਾ ਰਿਹਾ 2.5 ਕਰੋੜ ਰੁਪਈਆ 86 87 85 86 'ਚ ਕਰਿਆ ਕੁਛ ਨਹੀਂ। ਸੋ ਇਹ ਕਿੱਟਾਂ ਦੇ ਵਿੱਚ ਬਹੁਤ ਵੱਡਾ ਕਪੜਾ ਹੈ। ਕਿੱਟ ਅਸੀਂ ਕਹਿੰਦਾ ਕਿੱਟ ਮੀਨਸ ਕਰਪਸ਼ਨ, ਇਹ ਦੇਖਣ ਦੀ ਲੋੜ ਹੈ ਪਹਿਲੀ ਗੱਲ। ਦੂਜੀ ਗੱਲ, ਜਿਹੜਾ ਤੁਸੀਂ ਕਹਿੰਦਾ ਐਡੀ ਛੇਤੀ 4 ਵਾਰੀ, ਇਹਨਾਂ ਨੂੰ ਨਹੀਂ ਪਤਾ ਸੀ ਵੀ ਕਰੋਨਾ ਦਾ ਸਾਡਾ ਰੇਟ ਕੀ ਹੈ। ਤੁਸੀਂ ਪੀਸ ਮੀਲ 'ਚ ਟੈਂਡਰ, ਜੇ ਪੀਸ ਮੀਲ 'ਚ ਵੀ ਟੈਂਡਰ ਕਰਾ, ਪੀਸ ਮੀਲ ਕਰਕੇ ਹੋ ਰਹੇ ਹੋ। ਸੋ ਇਹਦੀ ਵੱਡੀ ਇਨਕੁਆਇਰੀ ਦੀ ਲੋੜ ਹੈ। ਇਹ ਪੋਸੀਬਿਲਿਟੀ ਹੁੰਦੀ ਹੈ ਕਿ ਤੁਹਾਨੂੰ ਜੇ ਸ਼ਾਰਟੇਜ ਹੋ ਜੇ, ਸਮਾਨ ਨਾ ਮਿਲਦਾ ਹੋਵੇ, ਅਗਲਾ ਕਹਿੰਦਾ ਜੀ ਹੁਣ ਨਹੀਂ ਮੈਂ ਇਸ ਰੇਟ ਤੇ ਦਿੰਦਾ, ਜਿਹੜਾ ਤੁਹਾਡੇ ਨਾਲ ਪਹਿਲਾ ਟੈਂਡਰ ਸੀ ਉਹ ਮੈਂ ਥੋੜਾ ਪੂਰਾ ਕਰ ਸਕਦਾ। ਸੋ ਇਹ ਹੋ ਸਕਦਾ ਹੈ, ਪਰ ਇਹ ਵਿਸ਼ਾ ਇਸ ਦਾ, ਕਿਉਂਕਿ ਜਿਹੜਾ ਅਫਸਰ ਖਰੀਦਣ ਵਾਲਾ ਹੈ ਉਹਨੇ ਪਹਿਲਾਂ ਵੀ ਬਹੁਤ ਕੁਝ ਕਰਿਆ ਹੋਇਆ। ਉਹ ਪਿਛਲੀ ਸਰਕਾਰ ਵੇਲੇ ਸੀ, ਇਹ ਸਰਕਾਰ ਵੇਲੇ ਵੀ ਹੈ। ਉਹ ਬੀਜੇਪੀ ਸਾਹਿਬ ਦਾ ਹੀ ਬੀਜੇਪੀ ਦੇ ਮੰਤਰੀ ਸੀਗੇ ਜਦ, ਉਦੋਂ ਵੀ ਉਹ ਵੀ ਚੱਲ ਰਿਹਾ ਸੀ। ਸੋ ਇੱਕ ਜਿਹੜੀ ਦੂਜੀ ਗੱਲ ਇਹ 'ਚ ਬੀਜੇਪੀ ਦੇ ਪ੍ਰਵਕਤਾ ਨੇ ਕਹੀ ਹੈ ਕਿ ਸੈਂਟਰ ਮੁਫਤ ਦਿੰਦਾ। ਸੈਂਟਰ ਮੁਫਤ ਨਹੀਂ ਦੇ ਰਿਹਾ। ਇਹ ਵੈਕਸੀਨੇਸ਼ਨ ਜਿਹੜਾ ਵੇਚਿਆ ਇਹਨਾਂ ਨੂੰ 400 ਤੇ ਮਿਲਿਆ। ਸੈਂਟਰ ਆਪ 150 ਚ ਖਰੀਦਦਾ, 200 ਚ ਖਰੀਦਦਾ, ਇਹਨਾਂ ਨੂੰ ਦੁੱਗਣੇ ਰੇਟ ਤੇ ਉਹ ਕੰਪਨੀਆਂ ਤੇ ਲੈਂਦੇ ਨੇ ਇਹ ਸਿੱਧਾ। ਬਿਲਕੁਲ, ਇਹ ਦੋਵਾਂ ਚ ਫਰਕ ਹੈ ਵੀ 6 ਕਰੋੜ ਡੋਜ਼ ਸੈਂਟਰ ਖੁਦ ਖਰੀਦੇਗਾ ਤੇ ਬਾਕੀ 4 ਕਰੋੜ 87 ਲੱਖ ਡੋਜ਼ ਉਹ ਸਟੇਟ ਖਰੀਦ ਸਕਦੀ ਹੈ, ਪ੍ਰਾਈਵੇਟ ਵਾਲੇ ਨੇ ਉਹ ਕੰਪਨੀਆਂ ਖਰੀਦ ਸਕਦੇ ਨੇ। ਠੀਕ ਹੈ, ਇੱਕ ਮਿੰਟ ਆਇਆ ਸ਼ਰਮਾ ਸਾਹਿਬ ਤੋਂ ਰਿਐਕਸ਼ਨ ਲਵਾਂ, ਫਿਰ ਆਣਾ ਵਾਪਸ। ਇਹਦੇ ਵਿੱਚ
ਜਿਹੜੀ ਗੜਬੜ ਹੈ ਉਹ ਵੀ ਇਹਨਾਂ ਨੇ ਤੈਅ ਕਰੀ ਹੈ। ਸੋ ਸਾਨੂੰ ਦੋਨੇ ਪਾਸੋਂ ਦੇਖਣ ਦੀ ਲੋੜ ਹੈ। ਜੀ। ਇੱਕ ਪਾਸਾ ਅਸੀਂ ਫੜ ਕੇ ਕਰੀ ਜਾਵਾਂਗੇ। ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਇਹ ਹੈ, ਸਭ ਤੋਂ ਵੱਡੀ ਨਲਾਇਕੀ ਮੈਂ ਕਹਾਂਗਾ ਇਹ ਹੈ ਕਿ ਇਹਨਾਂ ਨੇ ਭੋਰਾ ਇਹਦੇ ਉੱਤੇ ਧਿਆਨ ਨਹੀਂ ਰੱਖਿਆ ਹੋਇਆ। ਇੱਕ ਸਿਰਫ ਆਪਦੀਆਂ ਫਿਗਰ ਦੇਈ ਜਾਂਦੇ ਨੇ। ਜੇ ਇਹ ਫੈਸਲਾ, ਹਾਲਾਂਕਿ ਕੇਂਦਰ ਨੇ ਵੀ ਆਪਦਾ ਫੈਸਲਾ 6.5 ਕਰੋੜ ਵਾਲਾ ਵਾਪਸ ਲਿਆ ਜਿਹੜੀਆਂ ਭੇਜਣ ਵਾਲਾ, ਇਹ ਫੈਸਲਾ ਹੋਣਾ ਹੀ ਨਹੀਂ ਚਾਹੀਦਾ ਸੀ। ਇਹ ਵੈਸੇ ਤਾਂ ਮੁਫਤੀ ਦੇ ਦੇਣੀ ਚਾਹੀਦੀ ਸੀ। ਜੇ ਤੁਸੀਂ ਸਭ ਨੂੰ ਲਾ ਰਹੇ ਹੋ ਉਧਰ ਉਮੀਦਾਂ ਕਿੰਨੀ ਤੋਂ ਦਾਨ ਕਮਾਈ ਹੋ ਮੰਗ ਲਓ ਜਾਂਦੀ। ਵੀ ਯਾਰ ਤੁਸੀਂ ਸਾਡੇ ਕੋਲ ਦਾਨ ਜਮ੍ਹਾਂ ਕਰਾ ਦਿਓ, ਟੀਕਾ ਤੁਸੀਂ ਭਾਵੇਂ ਉੱਥੇ ਲਵਾ ਦਿਓ, ਤਾਂ ਵੀ ਕੋਈ ਗੱਲ ਨਹੀਂ ਸੀ। ਮੈਂ ਕਹਿੰਦਾ 2000 ਜਮ੍ਹਾਂ ਕਰਾ ਜਾਂਦਾ ਚਾਹੇ ਅਗਲਾ। ਪਰ ਸਵਾਲ ਇਹ ਹੈ, ਟੀਕੇ ਨੂੰ ਜਦ ਤੁਸੀਂ ਐਂ ਵੇਚਦੇ ਹੋ, ਇਹਦੇ ਵਿੱਚ ਇੱਕ ਅਨਐਥੀਕਲ ਪ੍ਰੈਕਟਿਸ ਮੈਂ ਕਹਾਂਗਾ। ਇਹਨੂੰ ਖੁੱਡਰ ਸਾਹਿਬ ਜਿੰਨਾ ਮਰਜ਼ੀ ਜਸਟੀਫਾਈ ਕਰੀ ਜਾਣ ਵੀ ਨਹੀਂ ਜੀ ਉਹਦਾ ਮਤਲਬ ਆਏ ਨਹੀਂ ਸੀ ਜੀ, ਹੁਣ ਅਸੀਂ ਵਾਪਸ ਲੈ ਲਿਆ ਜੀ, ਹੁਣ ਅਸੀਂ ਆਹ ਕਰ ਲਿਆ ਜੀ, ਇਹਦਾ ਕੋਈ ਮੀਨਿੰਗ ਨਹੀਂ। ਠੀਕ ਹੈ। ਇੱਕ ਮਿੰਟ ਗਰਗ ਸਾਹਿਬ, ਜਿਹੜੀਆਂ ਫਤਿਹ ਕਿੱਟਾਂ ਨਾ ਸੋਸ਼ਲ ਮੀਡੀਆ ਤੇ ਸਾਰਿਆਂ ਲੋਕਾਂ ਨੂੰ ਪਹੁੰਚੀਆਂ ਨੇ, ਵੇਖੋ ਐਵੇਂ ਨਾ ਕਰੀ ਜਾਈਏ ਆਪਾਂ ਕਿ ਫਤਿਹ ਕਿੱਟ ਮਿਲੀ ਨਹੀਂ ਹੈ। ਸਾਡਾ ਹੈਲਪਲਾਈਨ ਬਣਿਆ, ਸੈਂਟਰ ਬਣਿਆ, ਕੀ ਤੁਸੀਂ ਕਹੀ ਜਾ ਰਹੇ ਹੋ ਕਿ ਫਤਿਹ ਕਿੱਟ ਨਹੀਂ ਮਿਲੀ? ਖੁੱਡਰ ਸਾਹਿਬ ਅਖਬਾਰ ਪੜ੍ਹ ਕੇ ਦੇਖ ਲਓ। ਖੁੱਡਰ ਸਾਹਿਬ ਅਖਬਾਰ ਪੜ੍ਹੀ ਆ, ਗਰਗ ਸਾਹਿਬ ਪੜ੍ਹੀ ਆ ਅਖਬਾਰ। ਇਨਕੁਆਇਰੀ ਕਰ ਲਓ ਆਪਦੀ। ਠੀਕ ਹੈ, ਠੀਕ ਹੈ। ਇੱਕ ਹਾਂਜੀ ਸ਼ਰਮਾ ਸਾਹਿਬ, ਮਾਰਕੀਟਿੰਗ ਚੈਨਲ ਦੇ ਵਿੱਚ 2% 5% 10% ਮਾਰਜਨ ਐਡ ਹੁੰਦਾ। 400 ਦੀ ਚੀਜ਼ 1560 ਨੂੰ ਵਿਕ ਰਹੀ ਹੈ ਅਲਟੀਮੇਟ ਕੰਜ਼ਿਊਮਰ। ਮੈਂ ਕਹਿਣਾ ਮੈਂ ਪ੍ਰੂਵ ਕਰਕੇ ਦਿਖਾਵਾਂਗਾ। ਬਣਾ ਲਿਓ ਇਨਕੁਆਇਰੀ ਜਿੱਦੇ। ਠੀਕ ਹੈ। ਹਾਂਜੀ ਸ਼ਰਮਾ ਸਾਹਿਬ ਬੋਲੋ। ਹਰਪ੍ਰੀਤ ਜੀ ਬੋਲੋ ਸ਼ਰਮਾ ਸਾਹਿਬ। ਮੈਂ ਇੱਕ ਬੇਨਤੀ ਕਰਾਂ। ਹਾਂ ਬੋਲੋ। ਹਰਪ੍ਰੀਤ ਜੀ ਮੈਂ ਬੇਨਤੀ ਕਰਾਂ ਵੀ ਇਹ ਜਿਹੜੀ ਵੈਕਸੀਨ ਜਿਹੜੇ ਲਾਉਂਦੇ ਵੀ ਆ ਨਾ, ਪੰਜਾਬ 'ਚ ਕਿਆ ਹੋ ਰਿਹਾ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ। ਜਦੋਂ ਵੈਕਸੀਨ ਲਾਣੀ ਆ ਤਾਂ ਆਧਾਰ ਕਾਰਡ ਉਹਦਾ ਦੇਖਣਾ ਚਾਹੀਦਾ, ਉਹਦਾ ਰੈਜ਼ੀਡੈਂਸ ਪ੍ਰੂਫ ਵੱਧ ਤੋਂ ਵੱਧ ਦੇਖ ਲਿਓ। ਹੋ ਕਿਆ ਰਿਹਾ ਹੈਗਾ ਸਾਰੇ ਸ਼ਹਿਰਾਂ 'ਚ ਇਹ ਹੋ ਰਿਹਾ ਵੀ ਪਹਿਲਾਂ ਐਮਸੀ ਦੀ ਸਟੈਂਪ ਲਵਾ ਕੇ ਲਿਆਓ, ਫਿਰ ਤੁਹਾਡੇ ਵੈਕਸੀਨ ਲੱਗੂਗੀ। ਬਿਲਕੁਲ ਐਮਸੀ ਵੀ ਕਾਂਗਰਸ ਦਾ ਹੋਣਾ ਚਾਹੀਦਾ ਤਾਂ ਲੱਗੂਗੀ, ਦੂਸਰੇ ਦੇ ਲਾਣੇ ਤੇ ਲੱਗਦੀ ਨਹੀਂ ਹੈਗੀ। ਸੋ ਮਤਲਬ ਵੈਕਸੀਨੇਸ਼ਨ 'ਚ ਵੀ ਐਡਾ ਭੇਦਭਾਵ ਕਰਿਆ ਜਾ ਰਿਹਾ ਵੀ ਕਾਂਗਰਸੀ ਨੂੰ ਤਾਂ ਲਾ ਦਿਓ ਫ੍ਰੀ 'ਚ, ਜਿਹੜਾ ਦੂਸਰੀ ਪਾਰਟੀ ਦਾ ਉਹ ਜਾ ਕੇ ਪ੍ਰਾਈਵੇਟ 'ਚੋਂ 1500 ਨੂੰ ਲਾਓ 3000 ਦੀ ਡੋਜ਼। ਇਹੀ ਹੋ ਰਿਹਾ। ਦੱਸੋ ਵੈਕਸੀਨ ਲਾਉਣ ਵਾਸਤੇ ਇੱਕ ਐਮਸੀ ਦੀ ਸਟੈਂਪ ਦੀ ਕੀ ਲੋੜ ਆ? ਕਿਸੇ ਸ਼ਰਮਾ ਸਾਹਿਬ ਕਿੱਥੇ ਐਮਸੀ ਦੀ ਸਟੈਂਪ ਦੀ ਲੋੜ ਆ? ਅਸੀਂ ਕੈਂਪ ਲਵਾ ਰਹੇ ਹਾਂ, ਮੈਂ ਕੈਂਪ ਲਗਵਾ ਰਿਹਾ। ਕਿੱਥੇ ਵੈਕਸੀਨ ਦੀ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਤੇ ਦੇ ਰਹੇ ਹਾਂ ਅਸੀਂ ਕੈਂਪ ਵੈਕਸੀਨ। ਕੋਈ ਨਹੀਂ ਲਾਈ ਪ੍ਰਾਈਵੇਟ, ਚਾਹੇ 3000 ਦਾ ਲਾਏ। ਚੌਥੀ ਗੱਲ ਕੈਪ ਤਾਂ ਹੋਣੀ ਚਾਹੀਦੀ ਕੋਈ। ਚੌਥੀ ਗੱਲ ਸੁਣ ਲਿਓ ਗੱਲ। ਚੌਥੀ ਗੱਲ, ਅੱਜ ਤੱਕ ਦਵਾਈਆਂ 3-3000 ਰੁਪਏ ਦੀ ਦਵਾਈ 50-50,000 ਰੁਪਏ ਦੀ ਵਿਕਰੀ ਆ। ਇਹਨਾਂ ਨੇ ਕਿਹਾ ਕਿ ਅਸੀਂ ਡਰੱਗ ਇੰਸਪੈਕਟਰ ਨੂੰ ਅਥਾਰਟੀ ਦੇਤੀ, ਕੰਟਰੋਲਿੰਗ ਅਥਾਰਟੀ। ਮੇਰੇ ਫਾਰਮ ਤੇ 1000 ਪੇਸ਼ੈਂਟ ਜਿਹੜਾ ਇੱਥੇ ਕਰੋਨਾ ਪੋਜ਼ਿਟਿਵ ਪੇਸ਼ੈਂਟ ਆਏ ਤੇ ਕਈ ਵਾਰੀ ਪ੍ਰਾਈਵੇਟ ਹਸਪੀਟਲ ਦੂਸਰੀ ਜਗ੍ਹਾ ਰეკਮੈਂਡ ਕਰੀ ਕਿ ਫਲਾਣੀ ਦਵਾਈ ਦਿਓ। ਮੇਰੇ ਕੋਲ ਰਿਕਾਰਡ ਆ, ਮੈਂ ਕਈ ਵਾਰੀ ਡਰੱਗ ਇੰਸਪੈਕਟਰ ਸਾਹਿਬ ਨੂੰ ਬੇਨਤੀ ਕਰੀ ਵੀ ਆਹ ਦਵਾਈ ਆ ਡਾਕਟਰ ਸਾਹਿਬ ਨੇ ਰეკਮੈਂਡ ਕਰੀ ਆ, ਤੁਸੀਂ ਇਹਨਾਂ ਨੂੰ ਤੁਸੀਂ ਦਵਾਈ ਦਵਾ ਦਿਓ ਕੰਟਰੋਲ ਰੇਟ ਤੇ। ਸਾਫ਼ ਇਨਕਾਰ ਹੋਇਆ। 50-50,000 ਰੁਪਏ ਦਾ ਇੱਕ ਇੰਜੈਕਸ਼ਨ 3000 ਵਾਲਾ ਲਵਾ ਕੇ ਤਾਂ ਜਾ ਕੇ ਕਿਤੇ ਮਾੜਾ ਮੋਟਾ ਬਚਾਅ ਹੋਇਆਗਾ। ਤੇ ਨਾ ਪ੍ਰਾਈਵੇਟ ਹਸਪੀਟਲਾਂ ਤੇ ਕੋਈ ਕੈਪ, ਨਾ ਕੋਈ ਵੈਕਸੀਨ ਲਾਉਣ ਵਾਲੇ ਤੇ ਅਪਰ ਕੈਪ, ਨਾ ਕਿਸੇ ਹਸਪੀਟਲ ਦੇ ਸਾਹਮਣੇ ਕੋਈ ਡਿਸਪਲੇ ਬੋਰਡ। ਕੈਪ ਜ਼ਰੂਰ ਹੋਣਾ ਚਾਹੀਦਾ। ਹਾਲਾਂਕਿ ਇਹ ਫੈਸਲਾ ਹੋਇਆ ਸੀਗਾ, ਇਹ ਫੈਸਲਾ ਚੰਡੀਗੜ੍ਹ ਦੇ ਵਿੱਚ ਹੋਇਆ ਸੀਗਾ। ਪੈਸੇ ਨਹੀਂ। ਠੀਕ ਹੈ। ਟ੍ਰਾਈ ਸਿਟੀ ਦੇ ਹਸਪਤਾਲਾਂ ਤੇ ਵੀ ਹੋਇਆ ਸੀਗਾ, ਪਤਾ ਨਹੀਂ ਲਾਗੂ ਕਿਉਂ ਨਹੀਂ ਹੋਇਆ ਕਿ ਡਿਸਪਲੇ ਕੀਤਾ ਜਾਏਗਾ ਸਾਰਾ ਕੁਝ। ਮੇਰੇ ਕੋਲ ਸਮਾਂ ਘੱਟ ਹੈ ਸ਼ਰਮਾ ਸਾਹਿਬ ਜੀ, ਇੱਕ ਮਿੰਟ ਇਹ ਗੱਲ ਦਾ ਲੈ ਲਿਓ। ਪਹਿਲੀ ਤੇ ਗੱਲ ਸ਼ਰਮਾ ਸਾਹਿਬ ਨੇ ਕਹੀ ਕਿ ਕੋਈ ਐਮਸੀ ਤੋਂ ਕੋਈ ਸਟੈਂਪ ਨਹੀਂ ਲੱਗਦੀ। ਇਹ ਦੱਸਣ ਕਿੱਥੇ ਕੈਂਪ 'ਚ ਲੱਗੀ ਹੈ ਜੀ, ਇਹ ਪ੍ਰੂਵ ਕਰਕੇ ਦੱਸਣ। ਅਸੀਂ ਫ੍ਰੀ ਵੈਕਸੀਨੇਸ਼ਨ ਕੈਂਪ ਲਾ ਰਹੇ ਹਾਂ, ਸਾਡੇ ਸਾਰੇ ਲਾ ਰਹੇ ਆ, ਕਦੀ ਕਿਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਸ਼ਰਮਾ ਸਾਹਿਬ ਗੱਲ ਸੁਣੋ, ਇਤਨਾ ਦੀ ਗੱਲ ਆਪਾਂ ਨਾ ਜਾਇਜ਼ ਗੱਲ ਕਰਿਆ ਕਰੀਏ ਡਿਬੇਟ ਦੇ ਵਿੱਚ, ਐਵੇਂ ਗੁੰਮਰਾਹ ਕੁਨ ਗੱਲਾਂ ਕਰਕੇ ਫਾਇਦਾ ਨਹੀਂ ਕੋਈ। ਕੈਪਿੰਗ ਦੀ ਗੱਲ ਤੁਸੀਂ ਕੀਤੀ, ਜੇ ਕੈਪਿੰਗ ਦੀ ਗੱਲ ਤੁਸੀਂ ਕੀਤੀ ਆ, ਹਸਪੀਟਲਾਂ ਦੀ ਕੈਪਿੰਗ ਕੀਤੀ, ਅਸੀਂ ਉਹਨਾਂ ਦੀਆਂ ਰੇਡ ਕੀਤੀਆਂ, ਹਸਪੀਟਲਸ ਦੇ ਸੀਲ ਕੀਤੇ ਹਸਪੀਟਲ। ਪੀਟੀਸੀ ਨੇ ਖਬਰਾਂ ਚਲਾਈਆਂ ਨੇ। ਮੈਂ ਦੱਸਦਾ ਉਹ ਹੈ ਕੀ ਫਾਰਮ ਕੀ ਹੈ। ਖੁੱਲਰ ਸਾਹਿਬ ਉਹ ਫਾਰਮ ਕੀ ਹੈ? ਇੱਕ ਮਿੰਟ, ਮੈਨੂੰ ਪਤਾ ਉਹ ਮਸਲਾ ਕੀ ਹੈ। ਇੱਕ ਮਿੰਟ ਸ਼ਰਮਾ ਸਾਹਿਬ, ਉਹ ਦਰਅਸਲ ਉਹ ਫਾਰਮ ਹੈਗੇ ਫਰੰਟ ਵਾਰੀਅਰਸ ਦੇ, ਕਿ ਇਹ ਫਰੰਟ ਵਾਰੀਅਰਸ ਇਹਨਾਂ ਨੂੰ ਵੈਕਸੀਨ ਪਹਿਲਾਂ ਲੱਗਣੀ ਚਾਹੀਦੀ ਹੈ। ਬੜੀਆਂ ਥਾਵਾਂ ਤੇ ਕੰਪਲੇਂਟ ਆਈ ਕਿ ਇਹ ਸਾਡਾ ਜੀ ਪਾਰਟੀ ਦਾ ਨੁਮਾਇੰਦਾ ਹੈ ਜਿਹੜਾ ਬਤੌਰ ਫਰੰਟ ਵਾਰੀਅਰਸ ਦੇ ਕੰਮ ਕਰ ਰਿਹਾ, ਇਸ ਕਰਕੇ ਮੋਹਰ ਲਾ ਦਿੱਤੀ ਜਾਂਦੀ ਹੈ। ਬੜੀਆਂ ਗੱਲਾਂ ਜਿਹੀਆਂ ਸਾਹਮਣੇ ਵੀ ਆਈਆਂ। ਹਾਂਜੀ ਭੰਡਾਰੀ ਸਾਹਿਬ 30 ਸੈਕਿੰਡ ਆਪਣੇ ਕੋਲ, ਜਲਦੀ ਦੇਖੋ। ਏਦਾਂ ਹੈ ਕਿ ਜਿਹੜੀ ਗੱਲ ਕਹਿੰਦਾ ਹੈ ਨਾ ਖੁੱਲਰ ਸਾਹਿਬ ਬੈਠੇ ਦਿੰਦੇ ਆ, ਹਿੰਦੁਸਤਾਨ ਟਾਈਮਸ ਦੀ ਜਿਹੜੀ ਨਿਊਜ਼ ਆਈਟਮ ਆਈ ਹੈ ਉਹਦੇ ਚ ਹੈਲਥ ਮਿਨਿਸਟਰ ਨੇ ਸ਼ਰੇਆਮ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ
ਇਹ ਤਾਂ ਵੈਕਸੀਨ ਜਿਹੜੇ ਆ ਉਹ ਤਾਂ ਚੀਫ ਸੈਕਟਰੀ ਜਾਂ ਵਿਕਾਸ ਕਰੇਗਾ ਨੋਡਲ ਆਫਿਸਰ ਜਵਾਬ ਦੇਊਗਾ। ਯਾਨੀ ਹੱਦ ਦੇਖੋ। ਇਹ ਕਹਿੰਦੇ ਸਾਨੂੰ ਪਤਾ ਨਹੀਂ, ਇਹ ਸਾਰੀ ਗੱਲ ਨੂੰ ਡਿਫੈਂਡ ਕਰ ਰਹੇ ਇੱਥੇ ਖੁੱਲਰ ਸਾਹਿਬ। ਇੱਕ ਸਰਕਾਰ ਨੂੰ ਪਤਾ ਨਹੀਂ, ਹੁਣ ਉਹ ਕਹਿੰਦੇ ਸੀ ਫੈਸਲਾ ਵਾਪਸ ਲੈ ਲਿਆ, ਵੀ ਫੈਸਲਾ ਕੀਤਾ ਕਿਹਨੇ ਸੀ। ਦੂਜੀ ਗੱਲ ਹਰਪ੍ਰੀਤ ਜੀ, ਸਾਰੀ ਦੁਨੀਆ ਨੂੰ ਪਤਾ ਹੈ ਕਾਂਗਰਸ ਤੇ ਕਰਪਸ਼ਨ ਇੱਕੋ ਹੀ ਚੀਜ਼ ਹੈ, ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹੈ। ਕਰਪਸ਼ਨ ਤਾਂ ਇਹਨਾਂ ਦੇ ਬਲੱਡ ਚ ਹੈ ਔਰ ਸੀਐਮ ਤੋਂ ਲੈ ਕੇ ਥੱਲੇ ਤੱਕ ਕਰਪਸ਼ਨ ਹੈ। ਭੰਡਾਰੀ ਸਾਹਿਬ ਤੁਹਾਡੇ ਮੰਤਰੀ ਕੀ ਕਰ ਰਹੇ ਆ? ਫਾਈਨਾਂਸ ਮਿਨਿਸਟਰ ਇਕਨੋਮੀ ਦੀ ਬਜਾਏ ਵੈਕਸੀਨੇਸ਼ਨ ਤੇ ਦੇ ਰਹੀ ਆ, ਹੈਲਥ ਮਿਨਿਸਟਰ ਤੁਹਾਡਾ ਫਾਈਨਾਂਸ ਤੇ ਬਿਆਨ ਦੇ ਰਿਹਾ ਵਾ, ਤੁਸੀਂ ਕੀ ਕਰ ਰਹੇ ਹੋ? ਅਰੇ ਕਰਪਸ਼ਨ ਕਰ ਰਹੇ ਆ, ਕਰਪਸ਼ਨ ਕਰ ਰਹੇ ਹੋ ਤੁਸੀਂ, Corruption ਸ਼ਰੇਆਮ ਕਰ ਰਹੇ ਕਰਪਸ਼ਨ ਕਰ ਰਹੇ ਵਾਂਗੂ। ਹੋ, ਸਰੇਆਮ ਕਰਪਸ਼ਨ ਹੈ ਤੁਹਾਡੀ, ਸਰੇਆਮ ਕਰਪਸ਼ਨ ਕਰ ਰਹੇ ਹੋ ਤੁਸੀਂ। ਸਾਰੀਆਂ ਚੀਜ਼ਾਂ ਅਰੇ ਤੇ ਜਿਹੜੀਆਂ ਜਾਓ, ਕੋਵਿਡ ਦੀ ਚੀਜ਼ਾਂ ਤੇ ਉਹ ਜੀਐਸਟੀ ਲਾ ਨਾਲੇ ਕੇ, ਚੋਰ, ਐਂਬੂਲੈਂਸਾਂ ਤੇ ਲੋਕਾਂ ਕੋਲ ਜੀਐਸਟੀ ਲਾ ਜਾਓ, ਲੋਕਾਂ ਕੇ, ਦੇ- ਤੁਹਾਨੂੰ ਤੇ ਲੋਕਾਂ ਆਪ ਦੇ ਨੂੰ ਵਿੱਚ ਸ਼ਰਮ ਜਾਓ, ਆਉਣੀ ਚਾਹੀਦੀ ਆ, ਪੁੱਛੋ ਤੁਹਾਨੂੰ ਜਵਾਬ ਦੇਗੀ ਕਾਂਗਰਸ ਜਨਤਾ। ਵਾਲੇ ਚ ਹੁਣੇ ਬੰਗਾਲ ਚੋਂ ਤੁਸੀਂ ਚਲੋ, ਜਵਾਬ ਚਲੋ, ਲੈ ਕੇ ਆਏ ਹੋ ਨਾ, ਮੇਰੇ ਕੋਲ ਤੁਹਾਡਾ ਸਮਾਂ ਹੈਲਥ ਹੈ। ਮਿਨਿਸਟਰ ਬੰਗਾਲ ਤੋਂ ਜਵਾਬ ਲੈ ਕੇ ਆਏ ਹੋ ਨਾ ਤੁਸੀਂ ਹੁਣੇ। ਮੈਂ ਸੰਘੇੜਾ ਸਾਹਿਬ ਨੂੰ ਪੈਸੇ ਉਹਨੇ ਖਾਦੇ ਆ। ਮੈਨੂੰ ਇੱਕ ਉਹ ਕਹਿੰਦਾ ਮੈਂ ਨਹੀਂ ਜ਼ਿੰਮੇਵਾਰ। ਖੁੱਲਰ ਸਾਹਿਬ ਬੜਾ ਮੈਂ ਇੱਕ ਮਿੰਟ ਆਦਾ ਇੱਕ ਸਵਾਲ ਮੈਂ ਵੀ ਪੁੱਛਣਾ ਖੁੱਲਰ ਸਾਹਿਬ ਤੋਂ ਸਵਾਲ ਪੁੱਛਣਾ। ਇੱਕ ਮਿੰਟ ਭੰਡਾਰੀ ਸਾਹਿਬ, ਇੱਕ ਮਿੰਟ। ਜਿਵੇਂ ਸ਼ਰਮਾ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਕਿਹਾ, ਖੁੱਲਰ ਸਾਹਿਬ ਸਵਾਲ ਤਾਂ ਬੜਾ ਵੱਡਾ ਖੜਾ ਹੁੰਦਾ ਨਾ ਕਿ ਐਸਜੀਪੀਸੀ, ਚਲੋ ਮੈਂ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਛੱਡ ਦਿੰਦਾ ਕਿ ਪ੍ਰਾਈਵੇਟ ਹਸਪਤਾਲਾਂ ਨੇ ਕਮਾਈ ਕਰਨੀ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ੍ਰੀ ਵੈਕਸੀਨੇਸ਼ਨ ਕਰ ਰਹੀ ਹੈ, 56 ਲੱਖ ਰੁਪਏ ਬਾਹਰੋਂ ਖਰਚ ਕਰਕੇ ਉਹਨਾਂ ਨੇ ਮੰਗਾ ਲਿਆ ਹੈ, ਤਾਂ ਸਰਕਾਰ ਤੋਂ ਜਦੋਂ ਉਹ ਮੰਗਦੀ ਹੈ ਕਿ ਸਾਨੂੰ ਵੈਕਸੀਨ ਦਿੱਤਾ ਜਾਵੇ, ਤੁਸੀਂ ਉਹਨਾਂ ਨੂੰ ਵੀ ਕਹਿੰਦੇ ਹੋ ਕਿ 1060 ਰੁਪਏ ਦੀ ਵੈਕਸੀਨ ਦਿੱਤੀ ਜਾਏਗੀ, ਭਾਵੇਂ ਤੁਸੀਂ ਫ੍ਰੀ ਲਾਣੀ ਹੈ ਤਾਂ ਲਾ ਲਓ। ਇੱਥੇ ਤਾਂ ਫਿਰ ਸਵਾਲ ਖੜਾ ਹੁੰਦਾ ਨਾ ਕਿ ਤੁਸੀਂ ਹਮਦਰਦੀ ਹੈ, ਤੁਹਾਨੂੰ ਲੋਕਾਂ ਦੇ ਪ੍ਰਤੀ ਸੁਹਿਰਦਤਾ ਹੈ, ਤੁਹਾਨੂੰ ਐਸਜੀਪੀਸੀ ਫ੍ਰੀ ਵੈਕਸੀਨੇਸ਼ਨ ਕਰ ਰਹੀ ਹੈ, ਘੱਟੋ ਘੱਟ ਉਹਨੂੰ ਤਾਂ ਫ੍ਰੀ ਦੇ ਦਿਓ ਵੈਕਸੀਨ ਕਿ ਲਾਓ ਤੁਸੀਂ ਲੋਕਾਂ ਨੂੰ। ਉੱਥੇ ਤਾਂ ਕਮਾਈ ਦਾ ਕੋਈ ਸਾਧਨ ਨਹੀਂ ਹੈ। ਨਹੀਂ ਗੱਲ ਹੈ ਹਰਪ੍ਰੀਤ ਜੀ, ਤੁਸੀਂ ਬਾਰ-ਬਾਰ ਕਮਾਈ ਦੀ ਗੱਲ ਕਰਦੇ ਹੋ, ਕੋਈ ਵੀ ਸਰਕਾਰ ਦੀ ਮਨਸ਼ਾ ਹੀ ਨਹੀਂ ਜੇ ਕਮਾਈ ਦੀ। ਜੇ ਕੋਈ ਇਹੋ ਜਿਹਾ ਕੰਮ ਹੁੰਦਾ ਤੇ ਫਿਰ ਅਸੀਂ ਉਹ ਫੰਡ ਦੇ ਪੈਸੇ ਥੋੜਾ ਪਾਉਂਦੇ। ਐਸਜੀਪੀਸੀ ਨੂੰ ਕੋਈ ਮਨਾ ਨਹੀਂ ਜੀ। ਇਹ ਤੁਹਾਡੇ ਮੈਂ ਸ਼ਰਮਾ ਸਾਹਿਬ ਕੋ ਸੁਣਿਆ ਵਾ, ਤੁਸੀਂ ਆਪ ਵੀ ਕੈਂਪ ਲਾ ਰਹੇ ਹੋ, ਤੁਸੀਂ ਕਹਿੰਦੇ ਆਪ ਕੈਂਪ ਲਾ ਰਹੇ ਹੋ। ਜੇ ਤੁਸੀਂ ਖੁਦ ਕੈਂਪ ਲਾ ਸਕਦੇ ਹੋ, ਜੇ ਜਿਹੜੇ ਕੋਵਿਡ ਸੈਂਟਰ 13-14 ਐਸਜੀਪੀਸੀ ਨੇ ਖੋਲੇ ਹੋਏ ਨੇ, ਤਾਂ ਫਿਰ ਜੇ ਉਹਨਾਂ ਨੂੰ ਦੇ ਦਿਓ ਤਾਂ। ਪ੍ਰਧਾਨ ਜੀ ਨੇ ਫੋਨ ਕਰਿਆ ਸੈਕਟਰੀ ਸਾਹਿਬ ਨੂੰ। ਉਹ ਸ਼ਰਮਾ ਸਾਹਿਬ, ਫੋਨ ਦੀਆਂ ਗੱਲਾਂ ਤੇ ਆਪਾਂ ਕਿਵੇਂ ਵਿਸ਼ਵਾਸ ਕਰ ਲਈਏ? ਕੋਈ ਦੱਸੋ ਨਾ। ਫੋਨ ਤੇ ਮੈਂ ਵੀ ਕਹਿ ਦੇਣਾ ਵਾ, ਮੈਂ ਵੀ ਕਹਿ ਦਾਂਗਾ ਕਿ ਹੁਣੇ ਫੋਨ ਕੀਤਾ, ਆਪਾਂ ਗੱਲ ਕੀਤੀ ਹੈ। ਐਵੇਂ ਸ਼ਰਮਾ ਸਾਹਿਬ ਤੱਥ ਦੇ ਆਧਾਰ ਤੇ ਗੱਲ ਕਰੀ ਹੁੰਦੀ ਆ। ਹਾਂ ਚਲੋ ਆਪਾਂ ਇੱਕ ਜਾਂਦੇ ਖੁੱਲਰ ਸਾਹਿਬ ਤੋਂ ਆਪਾਂ ਇੱਕ ਵਾਅਦਾ ਲੈ ਲਿਆ। ਖੁੱਲਰ ਸਾਹਿਬ ਜੇ ਹੁਣ ਐਸਜੀਪੀਸੀ ਪਹੁੰਚ ਕਰੇ ਤਾਂ ਵੈਕਸੀਨ ਦਿਓਗੇ ਉਹਨਾਂ ਨੂੰ? ਬਿਲਕੁਲ ਜੀ, ਸੀਐਮ ਸਾਹਿਬ ਨੂੰ ਇਹ ਕਰਨ ਜੀ ਪਹੁੰਚ ਮਿਲੂਗੀ ਜੀ ਵੈਕਸੀਨ। ਠੀਕ ਹੈ ਸੰਘੇੜਾ ਸਾਹਿਬ, ਜਾਂਦੇ ਇੱਕ 30 ਸੈਕਿੰਡ ਦੇ ਵਿੱਚ ਰਿਐਕਸ਼ਨ, ਇਸ ਪੂਰੇ ਮੁੱਦੇ ਦਾ ਆਮ ਲੋਕਾਂ ਤੇ ਕੋਈ ਅਸਰ ਪਏਗਾ? ਦੇਖੋ ਜੀ, ਆਮ ਲੋਕਾਂ ਤੇ ਤਾਂ ਬਿਲਕੁਲ ਹਰਪ੍ਰੀਤ ਜੀ ਪਹਿਲਾਂ ਹੀ ਲੋਕਾਂ 'ਚ ਬੜੀ ਫੀਅਰ ਹੈ, ਡਰ ਹੈ, ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਔਰ ਕਲੀਅਰ ਕੱਟ ਇਹ ਘਪਲਾ ਹੈ। ਇਲੀਗੈਲਿਟੀ ਹੈ, ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ, ਇੱਕ ਇਰੈਗੂਲਰਿਟੀ, ਇੱਕ ਇਲੀਗੈਲਿਟੀ। ਦਿਸ ਇਜ਼ ਇਲੀਗੈਲਿਟੀ ਜਿਹੜੀ ਆ। ਈਵਨ ਆ ਕਿੱਟਾਂ ਵਾਲੀ ਵੀ ਗੱਲ ਇਹ ਆ, ਪੂਰੀਆਂ ਕਿੱਟਾਂ ਦੇ ਪੈਸੇ ਪਾਈ ਜਾਣੇ ਆ ਇਹਨਾਂ ਨੇ ਤੇ ਭੇਜਦੇ ਬਹੁਤ ਥੋੜੀਆਂ ਆ, ਔਰ ਜਿੱਥੇ ਭੇਜਦੇ ਵੀ ਆ ਉੱਥੇ ਥੋੜੇ ਨਹੀਂ। ਲੋਕ ਬੋਲਦੇ ਨਹੀਂ ਹੈ, ਡਰਦੇ। ਅਗਲੇ ਕਹਿੰਦੇ ਚਲੋ ਸਾਨੂੰ ਗਾਈਡੈਂਸ ਮਿਲ ਗਈ ਜਾਂ ਹੋਰ ਹੋ ਗਿਆ, ਕਿਉਂਕਿ ਲੋਕਾਂ ਨੂੰ ਜਾਨ ਦੀ ਪਈ ਹੋਈ ਹੈ। ਉਹਦੇ ਨਾਲ ਹੀ ਇਹ ਚੀਫ ਸੈਕਟਰੀ ਰਾਹੀਂ ਤਾਂ ਮੈਸੇਜ ਹੋ ਰਿਹਾ। ਚਲੋ ਮੈਂ ਸਿੱਧਾ ਉਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ, ਇਹ ਉੱਪਰਲੀ ਨੋਡਲ ਨਾਲ ਅਫਸਰਾਂ ਨੂੰ ਤਾਂ ਹਮੇਸ਼ਾ ਵਰਤਦਾ ਹੀ ਆ ਇਹ। ਔਰ ਇਹ ਸ਼ਰੇਆਮ ਕਰਪਸ਼ਨ ਹੋ ਰਹੀ ਆ, ਮਿਸਮੈਨੇਜਮੈਂਟ ਹੋ ਰਹੀ ਆ। ਸਭ ਤੋਂ ਵੱਧ ਵੱਡੇ ਦੋਸ਼ੀ ਭਾਰਤੀ ਜਨਤਾ ਪਾਰਟੀ ਆ ਕੇਂਦਰ ਤੋਂ। ਇਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀਗੀ। ਫ੍ਰੀ ਵੈਕਸੀਨੇਸ਼ਨ ਫਾਰ ਆਲ, ਭਾਰਤੀ ਜਨਤਾ ਪਾਰਟੀ ਨੇ ਨਾ ਤਾਂ ਸਫੀਸ਼ੀਐਂਟ ਵੈਕਸੀਨ ਪ੍ਰੋਡਕਸ਼ਨ ਕੀਤੀ ਹੈ, ਨਾ ਸਫੀਸ਼ੀਐਂਟ ਸਪਲਾਈਜ਼ ਕੀਤੀਆਂ, ਨਾ ਇਹਨੂੰ ਮੈਨੇਜ ਠੀਕ ਕੀਤਾ। ਸੇਮ ਤਰੀਕੇ ਨਾਲ ਹੀ ਜਿਹੜੀ ਲੋਕਲ ਗਵਰਨਮੈਂਟ ਇੱਥੇ ਪੰਜਾਬ ਦੀ ਹੈਗੀ ਆ, ਇਹਨਾਂ ਨੇ ਵੀ ਮਿਸਮੈਨੇਜਮੈਂਟ ਨਹੀਂ। ਅਸੀਂ ਕੋਵਿਡ ਤੇ ਕੰਟਰੋਲ ਕੀਤਾ, ਰਿਕਵਰੀ ਰੇਟ 92-93% ਹੋ ਗਿਆ। ਨਹੀਂ ਹੁਣ ਤੇ ਦੇਖੋ ਨਾ ਜੀ, ਫਿਰ ਉਹ ਤੇ ਜਦੋਂ ਤੁਸੀਂ ਦੇਖੋ ਜੀ ਜਿਹੜੇ ਲੋਕ ਅਵੇਅਰਨੈਸ ਆਪਾਂ ਕਰਕੇ ਕਰ ਰਹੇ, ਕੰਟਰੋਲ ਕੀਤਾ ਪੰਜਾਬ ਸਰਕਾਰ ਨੇ ਕੀਤਾ, ਬਾਕੀ ਸੂਬਿਆਂ ਨਾਲ। ਠੀਕ ਹੈ ਭੰਡਾਰੀ ਸਾਹਿਬ, ਤੁਹਾਡੀ ਵੀ ਗੱਲ ਆ ਗਈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਕਿਉਂਕਿ ਮੇਰੇ ਕੋਲ ਸਮਾਂ ਘੱਟ ਹੈ। ਮੁੱਖ ਦੀ ਗੱਲ ਇਹ ਹੈ ਕਿ ਇਸ ਮਸਲੇ ਤੇ ਗੰਭੀਰਤਾ ਦਿਖਾਣੀ ਜ਼ਰੂਰੀ ਸੀ। ਅਸੀਂ ਵੀ ਸੁਹਿਰਦਤਾ ਨਾਲ ਇਹ ਮਸਲਾ ਚੁੱਕਿਆ, ਕਿਉਂਕਿ ਇਹ ਮਸਲਾ ਸਿੱਧਾ ਲੋਕਾਂ ਦੀ ਜਾਨ ਦੇ ਨਾਲ ਜੁੜਿਆ ਹੋਇਆ ਸੀਗਾ। ਚੰਗੀ ਗੱਲ ਇਹ ਹੈ ਕਿ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ, ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਸੋਚ ਕੀ ਸੀ, ਮਕਸਦ ਕੀ ਸੀ। ਹੈਲਥ ਮਿਨਿਸਟਰ ਕਹਿੰਦੇ ਨੇ ਕਿ ਮੈਨੂੰ ਤਾਂ ਪਤਾ ਵੀ ਨਹੀਂ ਇਹ ਕਿਉਂ ਹੋਇਆ ਔਰ ਕਿਵੇਂ ਹੋਇਆ, ਔਰ ਇਹ ਚੀਫ ਸੈਕਟਰੀ ਹੀ ਦਾ ਜਵਾਬ ਦੇਣ। ਤਾਂ ਜਵਾਬਦੇਹੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਇਹ ਵੈਕਸੀਨ ਵੇਚੀ ਹੈ ਤਾਂ ਕਿਹਦੇ ਕਹਿਣ ਤੇ ਵੇਚੀ ਹੈ, ਕਿੰਨੇ ਪੈਸੇ ਦੀ ਕਮਾਈ ਹੋਈ ਹੈ, ਪੈਸਾ ਕਿੱਥੇ ਗਿਆ, ਇਹ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਾ ਪਏਗਾ। ਔਰ ਦੂਜੀ ਗੱਲ, ਫਤਿਹ ਕਿੱਟਾਂ ਦੀ 50 ਦਿਨਾਂ ਦੇ ਵਿੱਚ 4 ਵਾਰ ਟੈਂਡਰ ਕੀਤੇ ਜਾਣੇ। ਪਹਿਲਾਂ ਕਿੱਟ 830 ਰੁਪਏ ਦੀ ਖਰੀਦਣੀ, ਫਿਰ 1400 ਰੁਪਏ ਦੀ ਖਰੀਦਣੀ ਉਸੇ ਕੰਪਨੀ ਤੋਂ। ਇਹ ਵੀ ਸਵਾਲ ਜ਼ਰੂਰ ਖੜੇ ਹੁੰਦੇ ਨੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।
प्रेजेंटेड बाय KEI वायर्स एंड केबल्स। हर टेंशन सही चलती रहे।